तेगां च ढल गई है तेरे कौतकां दी चांदी, खाबां तो उच्ची हो गई हुण इश्क दी परांदी। इक्को डली दी खातर धरती लुटा सकदे हां, सिर भी कटा सकदे हां, खल भी लुहा सकदे हां। ये संत जी जां जरनल साहब चाਹੁੰਦੇ ਤਾਂ ਉਹ ਵੀ ਉੱਥੋਂ 3 ਤਰੀਕ ਨੂੰ ਨਿਕਲ ਸਕਦੇ ਸੀ, ਪਰ ਨਹੀਂ, ਉਹਨਾਂ ਨੇ ਅਰਦਾਸ ਕੀਤੀ ਸੀ ਤੇ ਉਹ ਹੱਥ ਖੜੇ ਕਰਕੇ ਬਾਹਰ ਆਉਣ ਵਾਲੇ ਲੀਡਰਾਂ ਵਾਂਗ ਨਹੀਂ ਸੀ। ਇਹ ਗੱਦੀ ਸਾਹਿਬ ਸ੍ਰੀ ਗੁਰੂ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਦੀ ਗੱਦੀ ਤੇ ਵਿਰਾਜਮਾਨ ਸੀਗੇ। ਇਹ ਨੀਵਾਂ ਨਹੀਂ ਵੇਖਿਆ ਜਾਣਾ। ਇਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦਾ ਅਕਾਲ ਤਖਤ ਆ, ਇਹ ਰਹਿਣਾ ਹੀ ਹੈ। ਹੁਕਮ ਇੱਥੋਂ ਹੀ ਚੱਲਦੇ ਰਹਿਣੇ ਨੇ। ਅਖੀਰ ਤੇ ਵੇਖੋ ਤੁਸੀਂ ਔਰੰਗਜ਼ੇਬ ਦਾ ਬੇੜਾ ਗਰਕ ਹੋਇਆ, ਕੋਈ ਨਾ ਰਹਿ ਗਿਆ। ਬਾਦਸ਼ਾਹ ਜਫਰ ਦਾ ਰਹਿ ਗਿਆ, ਰੰਗੂਨ 'ਚ ਜਾ ਕੇ ਮਰਿਆ। ਇੱਕ ਪਾਸੇ ਭਾਰਤੀ ਫੌਜ ਦੇ ਜਰਨੈਲ ਸੀ, ਇੱਕ ਪਾਸੇ ਸਿੱਖਾਂ ਦਾ ਜਰਨੈਲ ਸੀ ਸੰਤ ਜਰਨੈਲ ਸਿੰਘ, ਤੇ ਸਿੱਖਾਂ ਦਾ ਜਰਨੈਲ ਸੀ ਜਰਨਲ ਸ਼ਾਹ ਬੇਗ ਸਿੰਘ, ਜਿਨ੍ਹਾਂ ਨੇ ਐਸਾ ਇਤਿਹਾਸ ਰਚਿਆ ਕਿ ਅੱਜ 36 ਸਾਲਾਂ ਬਾਅਦ ਵੀ ਅਸੀਂ ਮਾਣ ਕਰਦੇ ਹਾਂ। ਉਹਨਾਂ ਆਰਮੀ 'ਚ ਰਹਿ ਕੇ ਹਿੰਦੁਸਤਾਨ ਸਰਕਾਰ ਦਾ ਵੀ ਸਿਰ ਉੱਚਾ ਕੀਤਾ। ਬਾਅਦ 'ਚ ਗੁਰੂ ਰਾਮਦਾਸ ਨੇ ਕਿਰਪਾ ਕੀਤੀ, ਸੰਗਤ ਨੇ ਕੀਤੀ, ਸੰਤਾਂ ਨਾਲ ਰਲ ਕੇ ਫਿਰ ਸਿੱਖ ਕੌਮ ਦਾ ਨਾਮ ਉੱਚਾ ਕੀਤਾ। ਭਾਜੀ ਦਾ ਨਾਂ ਦੇ ਨਾਲ ਜਰਨੈਲ ਰਹਿਣਾ, ਕਿਉਂ ਇਹ ਸਿੱਖ ਕੌਮ ਦੀ ਸ਼ਹੀਦੀ ਨਾਲ ਪ੍ਰਾਪਤ ਕੀਤੀ ਆ। ਸਿੱਖਾਂ ਨੇ ਅਖੀਰ ਤੇ ਆਪਣੇ ਹੋ ਕੇ ਆਪਣੇ ਨਾਲ ਮਰਵਾਇਆ ਆਪਣਿਆਂ ਨੇ। ਇਹ ਇੰਦਰਾ ਗਾਂਧੀ ਸੈਕਿੰਡ ਆ, ਇਹ ਉਹਨੂੰ ਦੋਸ਼ ਦੇਣਾ ਬਾਅਦ ਦੀ ਗੱਲਾਂ। ਮੁਖਬਰ ਤੇ ਇਹ ਨੇ ਜਿਨ੍ਹਾਂ ਨੇ ਬਲੂ ਸਟਾਰ ਕਰਵਾਇਆ, ਉਹਦੇ ਸ਼ਰੇਆਮ ਬਾਦਲ ਟੋਰਾ ਜ਼ਿੰਮੇਵਾਰ ਆ। ਇਹ 'ਚ ਡਿਨਾਈ ਨਹੀਂ ਉਹ ਕਰ ਸਕਦੇ ਕਿਸੇ ਪਾਸੇ, ਔਰ ਅੱਜ ਤੱਕ ਕਰੀ ਆਉਂਦੇ ਨੇ। ਸਿੱਖ ਕੌਮ ਦਾ ਕਹਾਣ ਅੱਜ ਤੱਕ ਵੀ ਕਰੀ ਆਉਂਦੇ। ਘੱਲੂਘਾਰਾ ਜੂਨ 1984, 36 ਸਾਲ ਬੀਤ ਗਏ ਇਸ ਦਰਦਨਾਕ ਤੇ ਬਹਾਦਰੀ ਦੀ ਦਾਸਤਾਨ ਨੂੰ। ਦਰਦਨਾਕ ਤਾਂ ਹੈ ਕਿ ਜਿਸ ਦੇਸ਼ ਦੀ ਖਾਤਰ ਜਿਸ ਕੌਮ ਨੇ ਆਪਣੇ ਬੰਦ ਤੱਕ ਕਟਾ ਦਿੱਤੇ ਹੋਣ, 86% ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹੋਣ, ਲੁੱਟੀਆਂ ਗਈਆਂ ਇੱਜ਼ਤਾਂ ਬੱਚੀਆਂ ਦੀਆਂ ਬਹੂਆਂ ਦੀਆਂ ਬਚਾਈਆਂ ਹੋਣ, ਜਦੋਂ ਉਸ ਦੇਸ਼ ਦੇ ਉਹਨਾਂ ਵਸਿੰਦਿਆਂ ਕੋਲ ਰਾਜ ਦਾ ਸਮਾਂ ਆਇਆ ਜਾਂ ਤਾਕਤ ਆਈ ਤਾਂ ਉਹਨਾਂ ਨੇ ਧਾਰਮਿਕ ਅਸਥਾਨਾਂ ਦੇ ਉੱਤੇ ਦੇ ਨਾਲ ਹਮਲਾ ਕੀਤਾ। ਜੂਨ 1984 ਦੀ 36ਵੀਂ ਯਾਦਗਾਰ ਮੌਕੇ ਅਸੀਂ ਇਕੱਤਰ ਹੋਏ ਹਾਂ। ਸਾਡੇ ਨਾਲ ਅੱਜ ਵਿਸ਼ੇਸ਼ ਤੌਰ 'ਤੇ ਜਿਹੜੇ ਕਿ ਮਹਿਮਾਨ ਜੁੜੇ ਨੇ, ਸਰਦਾਰ ਬੇਅੰਤ ਸਿੰਘ ਜੀ ਖਿਆਲਾ, ਜਿਹੜੇ ਕਿ ਨਿੱਕੇ ਭਾਈ ਨੇ ਜਰਨਲ ਸ਼ਾਹਬਾਗ ਸਿੰਘ ਜੀ, ਸ਼ਾਹ ਬੇਗ ਸਿੰਘ ਜੀ। ਅਸੀਂ ਸਾਰੇ ਤਕਰੀਬਨ ਹਮੇਸ਼ਾ ਜਰਨਲ ਸ਼ਬੇਗ ਸਿੰਘ ਜੀ ਕਹਿੰਦੇ ਸੀ, ਪਰ ਅੱਜ ਜਦੋਂ ਬੈਠੇ ਤੇ ਪਤਾ ਲੱਗਿਆ ਵੀ ਉਹਨਾਂ ਦਾ ਨਾਮ ਜਿਹੜਾ ਸਹੀ ਸੀ ਉਹ ਸ਼ਾਹ ਬੇਗ ਸਿੰਘ ਸੀ। ਸਵਾਗਤ ਹੈ ਜੀ KTV ਤੇ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ KTV ਵਾਲੇ ਤੇ ਦੇਸ਼ ਵਿਦੇਸ਼ ਬੈਠੀਆਂ ਸਾਰੀਆਂ ਸੰਗਤਾਂ ਦਾ ਫਤਿਹ ਬੁਲਾਉਣਾ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪ੍ਰਵਾਨ ਕਰਨੇ ਜੀ। ਜਿੱਦਾਂ ਅਸੀਂ ਪਹਿਲਾਂ ਗੱਲ ਕੀਤੀ ਕਿ ਜੂਨ 84 ਨੂੰ 36 ਸਾਲ ਵਾਪਰ ਚੁੱਕੇ ਆ, ਪਰ ਇਹ ਜ਼ਖਮ ਜਿਹੜੇ ਆ ਉਹ ਕਦੇ ਵੀ ਠੰਡੇ ਨਹੀਂ ਹੋਏ। ਰਿਸ ਪੈਂਦਾ ਖੂਨ, ਜਿਹੜੀ ਉਹ ਚੰਗਿਆੜੀ ਸੀ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਕੀਤਾ ਗਿਆ ਹਮਲਾ ਭਾਰਤੀ ਸਰਕਾਰ ਵੱਲੋਂ, ਉਹ ਹਮੇਸ਼ਾ ਯਾਦ ਰੱਖਦੇ ਆ। ਸਾਡੇ ਮਗਰ ਤੁਸੀਂ ਫੋਟੋ ਦੇਖ ਰਹੇ ਹੋ, ਜਿਹੜਾ ਕਿ ਛਾਤੀ ਦੇ ਉੱਤੇ ਤਗਮੇ ਲਿਸ਼ਕ ਰਹੇ ਆ, ਜਰਨਲ ਸਾਹਿਬ ਦੀ ਫੋਟੋ ਹੈ। ਜਰਨਲ ਸਾਹਿਬ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ। ਭਾਰਤ ਦੇਸ਼ ਦੀ ਖਾਤਰ ਜਦੋਂ ਫੌਜ 'ਚ ਸੀ ਤਾਂ ਉਹਨਾਂ ਨੇ ਐਸੀਆਂ ਮੱਲਾਂ ਮਾਰੀਆਂ ਕਿ ਫੌਜੀਆਂ ਦੀ ਭਾਸ਼ਾ ਦੇ ਵਿੱਚ, ਜਾਂ ਜਦੋਂ ਆਰਮੀ ਵਾਲੇ ਦੇਖਣਗੇ ਜਾਂ ਉੱਥੇ ਜਿੱਥੇ ਲਿਖਿਆ ਜਾਂਦਾ ਹੈ ਕਿ ਇਤਿਹਾਸ ਰਚਿਆ ਗਿਆ। ਬੰਗਲਾਦੇਸ਼ ਦੀ ਲੜਾਈ ਹੋਵੇ ਜਾਂ ਉਸ ਤੋਂ ਇਲਾਵਾ ਸੈਂਕੜੇ ਉਹ ਗਤੀਵਿਧੀਆਂ ਜਿਹੜੀਆਂ ਜਰਨਲ ਸ਼ਾਹ ਬੇਗ ਸਿੰਘ ਜੀ ਨੇ ਕੀਤੀਆਂ, ਉਹਨਾਂ ਦੀ ਦਾਸਤਾਨ ਜਿਹੜੀ ਬਹੁਤ ਲੰਮੀ ਹੈ। ਪਰ ਅਸੀਂ ਜੂਨ 1984 ਘੱਲੂਘਾਰੇ ਦੀ ਗੱਲ ਇਸ ਵਕਤ ਕਰਾਂਗੇ। ਜੂਨ 84 ਦੇ ਵਿੱਚ ਇੱਕ ਸੰਤ ਸੀ, ਇੱਕ ਸਿਪਾਹੀ ਸੀ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਤੇ ਸਿਪਾਹੀ ਸੀ ਸ਼ਾਹ ਬੇਗ ਸਿੰਘ ਜੀ, ਜਿਨ੍ਹਾਂ ਨੇ ਪੂਰੀ ਉਸ ਵਕਤ ਜਿਹੜੀ ਕਿ ਕਮਾਂਡਰੀ ਕੀਤੀ, ਮੋਰਚੇ ਬਣਾਏ, ਸਿੰਘਾਂ ਨੂੰ ਜਿਹੜਾ ਪੂਰੀਆਂ ਪੋਜੀਸ਼ਨਾਂ ਲਾ ਕੇ ਦਿੱਤੀਆਂ, ਤੇ ਫਿਰ ਭਾਰਤੀ ਫੌਜ ਦੀਆਂ ਜਿਹੜੀਆਂ ਕਿ ਛਾਲਾਂ ਚੁਕਾ ਦਿੱਤੀਆਂ। ਅਸੀਂ ਗੱਲ ਉਹੀ ਪੁੱਛਣਾ ਚਾਹੁੰਦਾ ਸੀ ਜੀ, ਸ਼ੁਰੂ ਤੋਂ ਲੈ ਕੇ ਜਦੋਂ ਇਹ ਫੌਜ 'ਚੋਂ ਆਏ, ਆਉਣ ਦਾ ਬਹਾਨਾ ਕੀ ਬਣਾਇਆ ਗਿਆ, ਤੇ ਫਿਰ ਆਉਣ ਤੋਂ ਬਾਅਦ ਇੱਕ ਪਾਸੇ ਭਾਰਤੀ ਫੌਜ ਦਾ ਜਰਨਲ ਹੈ, ਬੜਾ ਮਤਲਬ ਲਾਇਕ ਜਰਨਲ ਹੈ, ਜਿਹਨੇ 71 ਦੀ ਜਿਹੜੀ ਜੰਗ ਦੇ ਵਿੱਚ ਬੜਾ ਕਮਾਲ ਦਾ ਰੋਲ ਅਦਾ ਕੀਤਾ ਹੈ। ਭਾਰਤ ਨੂੰ ਬੜਾ ਮਾਣ ਸੀ ਵੀ ਜਰਨਲ ਸ਼ਾਹ ਬੇਗ ਸਿੰਘ, ਉਹ ਸ਼ਬੇਗ ਸਿੰਘ ਕਹਿੰਦੇ ਸੀ, ਅਸੀਂ ਆਮ ਹੀ ਬਹੁਤ ਸਾਰੇ ਇਤਿਹਾਸਕ ਲਿਟਰੇਚਰ ਨਾਲ ਸ਼ਬੇਗ ਸਿੰਘ ਹੀ ਕਹਿੰਦੇ ਆਏ ਆ। ਤਾਂ ਪਰ ਇੱਕ ਪਾਸੇ ਸੰਤ ਜਰਨੈਲ ਸਿੰਘ ਦੀ ਜਿਹੜੀ ਲੜਾਈ ਹੈ ਉਹ ਭਾਰਤ ਦੀ ਸਰਕਾਰ ਦੇ ਉਸ ਫਰੇਬ ਦੇ ਖਿਲਾਫ ਸੀ, ਜਿਹੜੀ ਸਿੱਖਾਂ ਦੇ ਹੱਕ ਨੱਪ ਰਹੀ ਸੀ, ਜਿਹੜੀ ਪੰਜਾਬ ਨੂੰ ਆਪਦੇ ਥੱਲੇ ਲਾ ਕੇ ਰੱਖਣਾ ਚਾਹੁੰਦੀ ਸੀ, ਜਿਹੜੀ ਅਕਾਲ ਤਖਤ ਸਾਹਿਬ ਦੇ ਜਿਹੜੇ ਬੀਰੀ ਤੇ ਪੀਰ ਦੇ ਨਿਸ਼ਾਨ ਝੁੱਲਦੇ ਆ ਉਹਨਾਂ ਨੂੰ ਨਿਵਾਉਣਾ ਚਾਹੁੰਦੀ ਸੀ।
ਪਰ ਅਕਾਲ ਤਖਤ ਜਿਹੜਾ ਉਹ ਗੁਰੂ ਪਾਤਸ਼ਾਹ ਦਾ ਤਖਤ ਹੈ ਤੇ ਸਦਾ ਚੜ੍ਹਦੀ ਕਲਾ 'ਚ ਰਹੇਗਾ। ਜਰਨਲ ਸਾਹਿਬ ਦਾ ਜਿਹੜਾ ਮੇਲ ਆ ਸੰਤ ਜਰਨੈਲ ਸਿੰਘ ਜੀ ਨਾਲ ਕਿਵੇਂ ਹੋਇਆ ਤੇ ਫੌਜ ਦੇ ਵਿੱਚ ਉਹਨਾਂ ਦਾ ਛੱਡਣ ਦਾ ਜਾਂ ਇਹਨਾਂ ਦੇ ਉੱਤੇ ਜਿਹੜੀ ਤੋਹਮਤ ਲਾਈ ਸੀ ਕਿਹੜੀ ਪਲੈਨਿੰਗ ਤਹਿਤ ਲਾਈ ਗਈ, ਉਹ ਸਾਨੂੰ ਜ਼ਰੂਰ ਗੱਲਬਾਤ ਦੱਸੋ ਜੀ। ਦੇਖੋ ਇਹਨਾਂ ਦੇ ਪਲੈਨਿੰਗ ਲਾਈ ਗਈ ਸੀ, ਇਹ ਸੀਗੇ ਆਪਣੇ ਆਣ ਕੇ ਜਰਨੈਲ ਬਣੇ ਆ ਜੀ। ਇਹਨਾਂ ਨੂੰ AVSM PVSM ਅਤੀ ਸ਼ਿਸ਼ਟ ਸੇਵਾ ਮੈਡਲ ਪਰਮ ਵਿਸ਼ੇਸ਼ ਸੇਵਾ ਮੈਡਲ ਮਿਲੇ, ਉਹ ਐਵੇਂ ਨਹੀਂ ਮਿਲਦੇ ਜੀ ਜੀ ਜੀ। ਬਾਅਦ ਵਿੱਚ ਸੀਨੀਅਰਟੀ ਸੀ ਇਹਨਾਂ ਦੀ, ਚੀਫ ਆਫ ਆਰਮੀ ਸਟਾਫ ਦੀ ਬਣਦੀ ਜਾਂ ਜਰਨੈਲ ਲੈਫਟੀਨੈਂਟ ਜਨਰਲ ਬਣਦੀ, ਉਹ ਉਹਨਾਂ ਨੂੰ ਕੱਟ ਕੇ ਜਨਰਲ ਰਹਿਣਾ ਸੀਗਾ। ਕਿਸ ਸਾਜ਼ਿਸ਼ ਦੇ ਤਹਿਤ ਇਹਨਾਂ ਨੂੰ ਡਿਸਮਿਸ ਕੀਤਾ ਗਿਆ, ਨਗੂਣੀਆਂ ਜਿਹੀਆਂ ਗੱਲਾਂ ਲਾ ਕੇ, ਜਦੋਂ ਇਹ ਸ਼ਰਾਬ ਪੀਂਦੇ ਨਹੀਂ ਸੀ। ਇਹਨਾਂ ਦੇ ਕੰਟੀਨ ਦਾ ਕੇਸ ਪਾਇਆ ਗਿਆ, ਇਹਨਾਂ ਸ਼ਰਾਬ ਵੇਚੀ ਆ ਜਾਂ ਕੋਈ ਗੱਡੀ ਲਈ ਆ ਕੰਟੀਨ ਤੋਂ ਨੰਬਰ 1 2 ਚੋਂ ਜਿਹੜਾ ਆਕਸ਼ਨ ਚ ਹੁੰਦੀਆਂ, ਇਹੋ ਜਿਹੇ ਮਾੜੇ ਮੋਟੇ ਲਾ ਕੇ ਜੋ ਫਿਰ ਇਹ ਕੇਸ ਜਿੱਤੇ ਵੀ ਆ। ਹਾਂ, ਇਹ ਕੇਸ ਜਿੱਤ ਕੇ ਜਿਹੜੀ ਵੱਡੀ ਗੱਲ ਆ, ਤੋਹਮਤਾਂ ਇਹਨਾਂ ਤੇ ਲਾਈਆਂ ਗਈਆਂ, ਸ਼ਾਇਦ ਉਹ ਇਹਨਾਂ ਦੀ ਦਸਤਾਰ ਸੀ ਜਾਂ ਇਹ ਸੀ ਵੀ ਇਹ ਜਨਰਲ ਸ਼ਬੇਗ ਸਿੰਘ ਆਮ ਜੇ ਪਰਿਵਾਰ ਚੋਂ ਆ ਕੇ ਤੇ ਇਹ ਤਾਂ ਪੂਰੇ ਦੇਸ਼ ਦੀ ਫੌਜ ਦਾ ਕਮਾਂਡਰ ਬਣ ਜਾਏਗਾ। ਉਹਨਾਂ ਨੂੰ ਇਹ ਗੱਲ ਪਰ ਉਹ ਚੋਂ ਬਾਅਦ 'ਚ ਜਿਹੜਾ ਸਪਸ਼ਟ ਹੋਏ ਆ ਤੇ ਬਰੀ ਹੋਏ ਕੇਸ ਚੋਂ, ਬਰੀ ਹੋਏ ਨੇ। ਉਦੋਂ ਸੰਤਾਂ ਨਾਲ ਲੱਗ ਚੁੱਕੇ ਸੀ, ਬਰੀ ਹੋ ਗਏ, ਪਰ ਇਹ ਗਏ ਨਹੀਂ ਕਿ ਨਾ ਇਹਨਾਂ ਪੈਨਸ਼ਨ ਲਈ ਹੈ ਨਾ ਕੋਈ ਲੈ, ਉਹ ਕਾਗਜ਼ਾਂ 'ਚ ਸਭ ਕੁਝ ਹੈਗਾ। ਜੀ ਜੀ। ਫਿਰ ਸੰਤ ਜਰਨੈਲ ਸਿੰਘ ਜੀ ਨਾਲ ਇਹਨਾਂ ਦਾ ਮੇਲ ਕਿਵੇਂ ਹੋਇਆ? ਸੰਤਾਂ ਨਾਲ ਫਿਰ ਇਦਾਂ ਹੋਇਆ, ਪਹਿਲਾਂ ਇਹ ਟੋਰੇ ਨੂੰ ਮਿਲੇ, ਲੰਗੋਵਾਲ ਨੂੰ ਮਿਲੇ, ਸਾਰਾ ਕੁਝ ਹੁੰਦੇ ਆ। ਇਹ ਮਿਲਦੇ ਫਿਰ ਜਦੋਂ ਵੇਖਿਆ ਵੀ ਇਹ ਫਿਰ ਇੱਕ ਹੈਗਾ ਹੀ ਅਮਰੀਕਾ ਦਾ ਸਿੱਖ ਸੀਗਾ ਰਾਜਵੀਰ ਸਿੰਘ ਜੀ ਜੀ, ਉਹ ਫਿਰ ਇਹਨਾਂ ਨੂੰ ਆਂਦਾ, ਉਹ ਭਾਜੀ ਤੁਹਾਨੂੰ ਮੈਂ ਸੰਤਾਂ ਨੂੰ ਬੁਲਾ ਕੇ ਲਾਵਾਂ, ਕੋਈ ਹਸਤੀ ਆ ਉਹਨਾਂ ਨੂੰ ਤੁਹਾਨੂੰ ਬੁਲਾਉਣੇ ਆ। ਇਹ ਕਿਹੜੇ ਸਨ ਦੀ ਗੱਲ ਹੈ ਅੰਦਾਜ਼ਾ? ਇਹ ਆਪਣਾ ਜਦੋਂ ਕਪੂਰੀ ਮੋਰਚੇ ਚੱਲਣ ਤੋਂ ਪਹਿਲਾਂ ਜੀ ਜੀ ਜੀ, ਮਤਲਬ ਕਿ ਇਹ ਦਰਮਿਆਨ ਦੇ ਵਿੱਚ ਹੀ ਸੀ ਜੀ ਜੀ। ਜਦੋਂ ਇਹ ਮੋਰਚਾ ਫੇਰ ਹੋਣ ਡਿਆ ਤੇ ਇਹਨਾਂ ਵੱਲ ਦੁਨੀਆ ਸੰਗਤ ਜ਼ਿਆਦੀ ਹੁੰਦੀ ਜਾਂਦੀ ਹੈ, ਇਹ ਉਦੋਂ ਦੀ ਗੱਲ ਹੈ। ਉਦੋਂ ਜਨਰਲ ਸਾਹਿਬ ਫੌਜ ਦੇ ਵਿੱਚੋਂ ਘਰ ਆ ਚੁੱਕੇ, ਪਿੰਡ ਖਿਆਲਾ ਰਹਿੰਦੇ ਹੁੰਦੇ ਸੀ ਤੁਸੀਂ? 3-4 ਸਾਲ ਪਹਿਲਾਂ ਆ ਚੁੱਕੇ ਸੀਗੇ, ਹੌਲੀ ਹੌਲੀ ਆਉਂਦੇ ਆ ਤੇ ਫਿਰ ਇਹਨਾਂ ਨਾਲ ਜੁੜੇ ਆ। ਜੀ ਜੀ। ਫਿਰ ਇਹਨਾਂ ਨੇ ਆਪਣਾ ਇੱਕ ਪਿਸਟਲ ਦਿੱਤਾ ਬ੍ਰੈਂਡ ਨਿਊ ਸੰਤ ਜਰਨੈਲ ਸਿੰਘ ਜੀ ਨੂੰ, ਉਹ ਅਖੀਰ ਤੱਕ ਰੋ ਰਿਹਾ। ਆਪਣਾ ਮੋਹਕਮ ਸਿੰਘ ਉਹਨਾਂ ਨੂੰ ਪਤਾ ਹੈ, ਉਦੋਂ ਮੋਹਕਮ ਸਿੰਘ ਗੜਵਈ ਦਾ ਕੰਮ ਕਰਦੇ ਸੀ ਸੰਤਾਂ ਦੇ ਨਾਲ। ਜੀ ਜੀ ਜੀ। ਇਹ ਅਜੇ ਜਿਉਂਦੇ ਨੇ, ਉਹਨਾਂ ਸਾਰਿਆਂ ਨੂੰ ਪਤਾ ਸਾਰਾ ਜਿਸ ਤਰ੍ਹਾਂ ਹਿਸਟਰੀ ਉਹ ਬਹੁਤ ਵਧੀਆ ਜੀ। ਤੇ ਉਹਦੇ ਮਗਰੋਂ ਫਿਰ ਜਿਉਂ ਫਿਰ ਮਿਲਦੇ ਗਏ ਤੇ ਫਿਰ ਕਪੂਰੀ ਮੋਰਚੇ ਨੇ ਵੀ ਆਪਣਾ ਰੰਗ ਬਦਲ ਲਿਆ। ਉਧਰੋਂ ਜਥੇ ਜਾਣੇ ਸ਼ੁਰੂ ਹੋ ਗਿਆ। ਫਿਰ ਮਾਤਾ ਜੀ ਨੇ ਇਹਨਾਂ ਨੂੰ ਕਿਹਾ ਹੋਇਆ, ਸ਼ਵੇਗ ਇਹ ਜਥਾ ਲੈ ਕੇ ਚੱਲੇ। ਉਹਨਾਂ ਆਖਿਆ ਸ਼ਵੇਗ ਇਹ ਕੰਮ ਨਹੀਂ ਕਰਨਾ, ਤੂੰ ਇੱਕ ਰਾਜ ਭਾਗ ਭੋਗ ਗਿਆ ਆ, ਕੱਲ ਨੂੰ ਪਿੱਠ ਵਿਖਾ ਕੇ ਆਏਗਾ, ਤੂੰ ਪਹਿਲਾਂ 1 ਮਹੀਨਾ ਥੱਲੇ ਸੌਂ, ਲੰਗਰ ਦਾ ਪ੍ਰਸ਼ਾਦਾ ਛਕ, ਉਹ 'ਚ ਲੰਗਰ 'ਚ ਪੈਸੇ ਪਾ, ਪਹਿਲਾਂ ਰਹਿਣੀ ਬਹਿਣੀ ਆਪਣੀ ਬਦਲ ਤੇ ਫੇਰ ਜਾਵੇਂ। ਕਿ ਸਾਡੇ ਦੋਨੋਂ ਨੂੰ ਮੇਰੇ ਦੋਨੋਂ ਨੂੰ ਲਾਜ ਨਾ ਲਾਵੀਂ, ਸਿੱਖੀ ਨੂੰ ਲਾਜ ਨਾ ਲੱਗੇ, ਇਹ ਕੰਮ ਨਹੀਂ ਕਰਨਾ। ਫਿਰ ਇਹਨਾਂ ਮੰਨ ਲੈਂਦੇ। 1 ਮਹੀਨੇ ਬਾਅਦ ਫਿਰ ਮਾਤਾ ਜੀ ਨਾਲ ਇਹ ਗਏ ਨੇ ਮੋਰਚੇ 'ਚ ਜੀ। ਉਹਦੇ ਨਾਲ ਸਮੁੰਦਰੀ ਵੀ ਸੀਗਾ, ਬਿਸ਼ਨ ਸਿੰਘ ਸਮੁੰਦਰੀ ਵੀ ਸੀ ਨਾਲ ਸੀ, ਮਾਤਾ ਜੀ ਸੀ, ਸਾਰੇ ਸੀ। ਫਿਰ ਜਦੋਂ ਉੱਥੇ ਗਏ ਜੇਲ੍ਹ 'ਚ ਗਏ, ਫਿਰ ਜੇਲਰ ਨੇ ਇਹਨਾਂ ਨੇ ਘਰੋਂ ਖਾਣਾ ਬਣਾ ਕੇ ਲਿਆਂਦਾ, ਜੇਲਰ ਦੀ ਮਿਸਿੰਗ ਨੇ, ਜੇਲਰ ਨੇ। ਉਹਨੇ ਆਖਿਆ ਨਹੀਂ ਬੇਟਾ ਅਸੀਂ ਜੇਲ੍ਹ 'ਚ ਆਏ, ਜੇਲ੍ਹ ਦਾ ਹੀ ਖਾਵਾਂਗੇ। ਬੜਾ ਢਲ ਚੁੱਕੇ ਸੀਗੇ ਆਪਣੇ ਆਪ ਨੂੰ, ਬਿਲਕੁਲ ਇੱਕ ਜਰਨੈਲੀ ਤੋਂ ਛੱਡ ਕੇ ਸਿਪਾਹੀ ਬਣ ਕੇ ਸੰਤਾਂ ਦੇ ਨਾਲ ਸਿਪਾਹੀ ਬਣ ਕੇ ਨਾਲ ਲੱਗੇ ਨੇ। ਜੀ ਜੀ। ਦਿਲੋਂ ਵਜੋਂ ਉਹਨਾਂ ਨੂੰ ਵੀ ਸਤਿਕਾਰ ਵੱਧ ਗਿਆ ਸੀ ਤੇ ਇਹਨਾਂ 'ਚ ਹੀ। ਬਾਕੀ ਉਹਨਾਂ ਦੀ ਭਗਤੀ ਸ਼ਕਤੀ ਦਾ ਕੋਈ ਲੁਕੀ ਛਿਪੀ ਨਹੀਂ ਗਈ, ਕਿਉਂ ਬਾਬਾ ਦੀਪ ਸਿੰਘ ਦੀ ਗੱਦੀ ਤੇ ਬੈਠੇ ਸੀ। ਜੀ ਜੀ। ਉਹਨਾਂ 'ਚ ਉਹੋ ਸ਼ਖਸੀਅਤ, ਉਹੋ ਹੀ ਆਪਣੇ ਹਿੰਮਤ ਦਲੇਰੀ ਸੋਚਣੀ ਉਹ ਸੀ। ਫਿਰ ਇਹਨਾਂ ਨਾਲ ਲੱਗ ਕੇ ਤੇ ਫਿਰ ਮਲਕੀ ਲੜਾਈ ਵੀ ਲੜੀ ਆ ਔਰ ਜਿੱਤੀ ਵੀ ਇੱਕ ਹਿਸਾਬ ਦੀ। ਅੱਜ ਤੱਕ ਵੀ ਨਾ ਆ ਫੌਜ ਜਿਹੜੀ ਕੰਮ ਦੀ, ਜਰਨਲ ਦਿਆਲ, ਜਰਨਲ ਬਰਾੜ, ਇਹਨਾਂ ਸਾਰੀਆਂ ਲੜਾਈਆਂ ਨੂੰ ਜਾਣਦਾ ਸੀ ਕਿੱਦਾਂ ਲੜੇ ਨੇ। ਬਿਲਕੁਲ ਬਹੁਤ ਚੰਗੀ ਤਰ੍ਹਾਂ ਜਾਣਦੇ। ਇਹ ਦੋਵੇਂ ਬ੍ਰਿਗੇਡੀਅਰ ਸੀਗੇ, ਜਰਨਲ ਦਿਆਲ, ਜਰਨਲ ਬਰਾੜ, ਬਹੁਤ ਚੰਗੀ ਤਰ੍ਹਾਂ ਜਾਣਦੇ ਸੀ ਇਹਨਾਂ ਨੂੰ। ਜੀ। ਜਦੋਂ ਇਹ ਰੈਕੀ ਰੁਕੀ ਕਰਦੇ ਸਾਰਾ ਪਤਾ ਹੀ। ਫਿਰ ਇਹਨਾਂ ਸੰਤਾਂ ਨੇ ਇਹ ਬਲੂ ਸਟਾਰ ਤੋਂ 5 ਦਿਨ ਪਹਿਲਾਂ ਦੀ ਗੱਲ ਹੈ, ਮੇਰੇ ਲੜਕੇ ਦੀ ਦਸਤਾਰਬੰਦੀ ਸੀ ਅਕਾਲ ਤਖਤ ਸਾਹਿਬ ਤੇ। ਜੀ। ਫਿਰ ਉਹ ਪੋਸਟਪੋਨ ਹੋ ਗਈ। ਅੱਛਾ ਜੀ। ਤੇ ਮੈਂ ਮੇਰੀ ਮਿਸਿਸ ਨੇ ਪੁੱਛਿਆ ਕਿ ਇੱਦਾਂ, ਮੈਨੂੰ ਮੈਂ ਪੁੱਛਿਆ ਉਹਨੇ ਕੀ ਗੱਲ, ਉਹਨੇ ਆਖਿਆ ਇੱਦਾਂ ਅੱਜ ਉੱਥੇ ਟੌਰਾ ਸਾਹਿਬ ਆਏ ਸੀ ਤੇ ਮੀਟਿੰਗ ਹੋਈ ਆ ਅਕਾਲ ਤਖਤ ਸਾਹਿਬ ਤੇ ਇਸ ਕਰਕੇ ਦਸਤਾਰਬੰਦੀ ਨਹੀਂ ਹੋ ਸਕੀ। ਭਾਜੀ ਨੇ ਗਿਆ, ਉਦੋਂ ਟੌਰਾ, ਲੌਂਗੋਵਾਲ, ਇਹ ਸਾਰੇ ਅਕਾਲ ਤਖਤ ਤੇ ਬੈਠੇ ਨੇ, ਸੰਤ ਵੀ ਬੈਠੇ ਨੇ, ਭਾਜੀ ਵੀ ਬੈਠੇ ਨੇ ਤੇ ਸਾਰਾ ਮੀਟਿੰਗ ਹੋਣ ਡਈ ਹੈ ਬਲੂ ਸਟਾਰ ਬਾਰੇ। ਇਹ ਫੌਜ ਦੀ ਚੜ੍ਹਾਈ ਬਾਰੇ ਕਿ ਅਟੈਕ ਤੇ ਨਹੀਂ ਹੋਊਗਾ। ਸੰਤਾਂ ਨੇ ਉੱਠ ਕੇ ਪੁੱਛਿਆ, ਟੌਰਾ ਸਾਹਿਬ ਅਸੀਂ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਛੱਡ ਕੇ ਇਸ ਪਵਿੱਤਰ ਸਥਾਨ ਤੇ ਬੇਅਦਬੀ ਨਹੀਂ ਹੋਣੀ ਚਾਹੀਦੀ, ਗੋਲੀ ਗਾਲੀ ਨਹੀਂ ਚੱਲਣੀ ਚਾਹੀਦੀ ਤੇ ਅਸੀਂ ਛੱਡ ਕੇ ਚਲੇ ਜਾਂਦੇ ਹਾਂ, ਇੱਥੇ ਮਤਲਬ ਕਿ ਅਟੈਕ ਤੇ ਨਹੀਂ ਹੋਊਗਾ। ਤੇ ਟੌਰਾ ਸਿਰ ਸੁੱਟ ਕੇ ਬੈਠਾ ਰਿਹਾ ਸੀ, ਉਹਨੇ ਜਵਾਬ ਨਹੀਂ ਦਿੱਤਾ, ਕੋਈ ਜਵਾਬ ਨਹੀਂ। ਫਿਰ ਭਾਈ ਨੇ ਕਿਹਾ, ਉਹਨੇ ਆਖਿਆ ਸੰਤ ਜੀ ਇਹ ਸਭ ਕੁਝ ਹੋਣਾ, ਇਸ ਚੀਜ਼ ਨੂੰ ਮਤ ਸੋਚੋ ਕਿ ਇਹ ਸਭ ਕੁਝ ਹੋਣਾ, ਤੁਸੀਂ ਉਹਦੇ ਲਈ ਸੋਚੋ। ਫਿਰ ਸਾਰੇ ਉੱਠ ਕੇ ਚਲੇ ਗਏ, ਪੋਸਟਪੋਨ ਹੋ ਗਈ ਮੀਟਿੰਗ। ਫਿਰ ਚਲੇ, ਉਦੋਂ ਬਾਅਦ ਕੋਈ ਮੀਟਿੰਗ ਨਹੀਂ ਹੋਈ। ਫਿਰ ਉਹ ਪਹਿਲੀ ਤਰੀਕ ਨੂੰ ਗੋਲੀ ਚੱਲ ਗਈ, ਜਿੱਦਾਂ ਟਰਾਇਲ ਹੁੰਦਾ
2 ਤਰੀਕ ਨੂੰ ਮਾੜੀ ਮੋਟੀ ਚੱਲ ਗਈ, 3 ਨੂੰ ਫਿਰ ਤੇ ਚੱਲ ਫਿਰ ਤੇ ਚੱਲਦੇ ਰਿਹਾ ਕੰਮ। ਤੁਸੀਂ ਤੇ ਜਨਰਲ ਸਾਹਿਬ ਸੰਤ ਜਰਨੈਲ ਸਿੰਘ ਜੀ ਨਾਲ ਕੋਈ ਕਦੇ ਇਕੱਠੇ ਮਿਲੇ ਹੋ, ਕੋਈ ਉਹਨਾਂ ਦੀ ਗੱਲਬਾਤ ਆਪਸ ਦੇ ਵਿੱਚ ਕੋਈ ਸਾਂਝੀ ਤੁਸੀਂ ਅੱਖੀਂ ਵੇਖੀ ਹੋਈ ਗੱਲਬਾਤ? ਮੈਂ ਮਿਲਿਆ ਆ, ਮੈਂ ਇੱਕ ਵਾਰੀ ਨਹੀਂ 2-3 ਵਾਰੀ ਨਹੀਂ, ਕਈ ਵਾਰੀ ਮਿਲਿਆ। ਉਦੋਂ ਸਵਾਮੀ ਸੁਬਰਾਮਨੀ ਵੀ ਆਇਆ ਸੀ ਜੀ, ਮੈਂ ਵੀ ਸਾਂ, ਭਾਜੀ ਵੀ ਸੀਗਾ, ਮੈਂ ਖੈਰ ਪਿੱਛੇ ਖਲੋਤਾ, ਇੱਕ ਛੋਟਾ ਨਾਲੇ ਮੇਰਾ ਹੱਕ ਹੀ ਨਹੀਂ ਲੱਗੇ ਬਹਿਣ ਦਾ। ਸੰਤ ਜੀ ਮੰਜੀ ਤੇ ਬੈਠੇ ਨੇ, ਸੰਤਾਂ ਨੇ ਜੋ ਵੀ ਉਹਨਾਂ ਸਵਾਲ ਕੀਤੇ ਸੁਬਰਾਮਨੀਅਮ ਨੇ, ਉਹਨੇ ਸਾਰੇ ਜਵਾਬ ਦਿੱਤੇ ਆ, ਮੈਂ ਸਾਹਮਣੇ ਵੇਖਣੇ ਆ। ਉਹ 'ਚ ਉਹ ਪ੍ਰਭਾਵਿਤ ਹੀ ਹੋਇਆ ਕਿ ਤੁਸੀਂ ਬਿਲਕੁਲ ਸਹੀ ਜੇ, ਪਰ ਉੱਤੇ ਰਿਪੋਰਟਾਂ ਨਹੀਂ ਸਹੀ ਜਾਂਦੀਆਂ। ਇਹ ਗੱਲ ਜਿਹੜੀ ਆ ਸੈਂਟਰ ਨੂੰ ਪਚ ਜਾਂਦੀ ਸੀ ਕਿ ਸੰਤ ਇੱਦਾਂ ਨਹੀਂ, ਪਰ ਸਾਡੇ ਲੀਡਰਾਂ ਨੂੰ ਨਹੀਂ ਪਚਦੀ, ਚਾਹੇ ਉਹ ਬਾਦਲ ਸੀ, ਚਾਹੇ ਟੌਰਾ ਸੀ, ਚਾਹੇ ਤਲਵੰਡੀ ਸੀ, ਸੌਰੀ ਜੋ ਵੀ ਸੀਗੇ ਜੀ, ਉਹਨਾਂ ਦੇ ਇਹਨਾਂ ਨੂੰ ਨਹੀਂ ਪਚਦੀ ਕਿ ਇਹ ਸਾਡੇ ਕੋਲੋਂ ਇਹ ਅਦਾਰਾ ਖੁਸ਼ ਜਾਣਾ। ਇਹ ਕਰਕੇ ਉਹਨਾਂ ਨੇ ਸਾਰਾ ਗਣਤੋਪ ਕੀਤੀ, ਉਹਨਾਂ ਨੇ ਕਰਵਾਇਆ। ਅਡਵਾਨੀ ਕਹਿੰਦਾ ਮੈਂ ਕਰਵਾਇਆ, ਆਹ ਕਰਵਾਇਆ, ਸਾਰੇ ਕਿਤਾਬਾਂ ਲਿਖੀਆਂ ਕਬੂਲ ਕਰਦੇ। ਇਹ ਮਨਾ ਕਰ ਸਕਦਾ, ਬਾਦਲ ਮਨਾ ਕਰ ਸਕਦਾ? ਰਿਟਨ 'ਚ ਆ ਸਭ ਕੁਝ। ਇਹ ਲੋਕਾਂ ਇਹਨਾਂ ਆਪਣੇ ਨੇ ਆਪਣੇ ਮਰਵਾਇਆ। ਇਹ ਇੰਦਰਾ ਗਾਂਧੀ ਦਾ ਦੋਸ਼ ਬਾਅਦ 'ਚ, ਪਹਿਲਾਂ ਇਹ ਦੋਸ਼ੀ ਨੇ ਜੀ। ਬਿਲਕੁਲ। ਤਾਂ ਸੰਤ ਜਰਨੈਲ ਸਿੰਘ ਜੀ ਦਾ ਜਿਹੜਾ ਪਰਿਵਾਰ, ਜਿਹੜਾ ਪਿਆਰ ਆ ਜਾਂ ਤੁਹਾਡੇ ਪਰਿਵਾਰ ਦੇ ਨਾਲ ਜਦੋਂ ਮਾਤਾ ਜੀ ਦਾ ਉੱਥੇ ਆਉਣਾ ਜਾਣਾ, ਜਾਂ ਉਹ ਕਿੱਦਾਂ ਦਾ ਆਪਸੀ ਤੁਹਾਡਾ ਲਿਹਾਜ਼ ਸੀ ਜਾਂ ਕਿਵੇਂ? ਬਿਲਕੁਲ ਇੱਦਾਂ ਹੀ ਜਿੱਦਾਂ ਮਤਲਬ ਕਿ ਅਸੀਂ ਗਏ ਹਾਂ ਅਤੇ ਸਾਡੇ ਵੱਡੇ ਭਰਾ ਨੇ ਸਾਡੇ ਮਤਲਬ ਕਿ ਮਾਤਾ ਨੂੰ ਇੱਦਾਂ ਕਿ ਮੈਂ ਕੱਪੜਾ ਕੋ ਲੈ ਗਿਆ ਪਾਕਿਸਤਾਨ ਤੋਂ, ਫਲੈਟ ਲੈ ਕੇ ਆਇਆ ਹਾਂ, ਅਤੇ ਮਾਤਾ ਜੀ ਆਂਦੇ ਬੇਟਾ ਮੈਂ ਉਹਨਾਂ ਨੂੰ ਕੁੜਤਾ ਦੇ ਆਵਾਂ, ਕੁੜਤਾ ਪਜਾਮਾ ਤਾਂ ਪਾਉਂਦੇ ਨਹੀਂ, ਮੈਂ ਕਿਹਾ ਦੇ ਆਓ, ਫੜਾ ਦਿਓ। ਉਹਨਾਂ ਫਿਰ ਮਾਤਾ ਜੀ ਨੇ ਵਿੱਚ ਰੱਖਿਆ 100 ਰੁਪਈਆ, ਅਤੇ ਆਪਣੇ ਜਿਹੜੇ ਦਫ਼ਤਰ ICPC ਦਾ ਇਹ ਤੇ ਉੱਤੇ ਚਲੇ ਗਏ, ਅਤੇ ਸੰਤ ਉੱਠ ਕੇ ਬਹਿ ਗਏ। ਆਂਦੇ ਮੇਰੀ ਨਾ ਮਾਂ ਮੇਰੇ ਲਈ ਝੱਗਾ ਲੈ ਕੇ ਆਈ ਆ, ਨਾਲ ਸਵਾਈ ਵੀ ਲੈ ਕੇ ਆਈ ਹੈ। ਇੰਨਾ ਉਹ ਜਾਣ ਸੀ, ਮਤਲਬ ਕਿ ਉਹ ਸ਼ਕਤੀ ਸੀ ਉਹਨਾਂ 'ਚ ਜੀ, ਪਿਆਰ ਸਤਿਕਾਰ ਕਰਦੇ ਸੀ। ਇੱਕ ਵਾਰੀ ਦਾ ਵਾਕਿਆ ਆ, ਭਾਜੀ ਚੰਡੀਗੜ੍ਹ ਕਿਤੇ ਗਏ ਸੀ ਅਤੇ ਬਿਮਾਰ ਹੋ ਗਏ, ਇਹ ਮਿਲਟਰੀ ਹਸਪੀਟਲ ਸੀਗੇ, ਅਤੇ ਮੈਂ ਸੰਤਾਂ ਕੋਲ ਗਿਆ। ਮੈਂ ਸੰਤ ਜੀ ਜਾ ਕੇ ਗੋਡੀਆਂ ਖਿਲਾਇਆ, ਮੈਂ ਕਿਹਾ ਜੀ ਮੈਂ ਭਾਜੀ ਨੂੰ ਮਿਲ ਚੱਲਿਆ, ਕੋਈ ਹੁਕਮ, ਕੋਈ ਸੁਣਾ? ਆਂਦੇ ਬਹਿ ਜਾ। ਮੈਂ ਬਹਿ ਗਿਆ। ਉਹਨਾਂ ਇੱਕ ਜਥੇਦਾਰ ਨੂੰ ਲਾ ਕੇ ਖਾਲਸਾ ਉਹਨੂੰ ਖਲੋ ਕੇ ਆਵਾਜ਼ ਮਾਰੀ ਗਿਆ। ਉਹਨਾਂ ਜੇਬ 'ਚੋਂ ਪੈਸੇ ਕੱਢੇ ਨੇ ਅਤੇ ਰੁਮਾਲ 'ਚ ਪਾ ਕੇ ਨਾ ਮੈਨੂੰ ਆਂਦਿਆ ਵੀ ਲੈ ਜਾ। ਮੈਂ ਕਿਹਾ ਵੇਖੋ ਜੀ, ਮੈਨੂੰ ਜਿਹੜਾ ਉੱਥੇ ਛਿੱਤਰ ਪੈਣੇ ਤੁਸੀਂ ਮਾਰ ਲਓ, ਮੇਰੇ ਵਾਸਤੇ ਗੱਲ ਨਹੀਂ, ਮੈਨੂੰ ਪਤਾ ਸੁਭਾਅ ਦਾ ਬਹੁਤ ਸਖਤ ਹੈ ਅਤੇ ਮੇਰੇ ਗਲ ਪਊਗਾ। ਆਉਂਦਾ ਮੈਂ ਜੋ ਕਹਿੰਦਾ ਲੈ ਜਾ। ਮੈਂ ਭਾਜੀ ਉੱਥੇ ਜਾ ਕੇ ਅਤੇ ਇਹਨਾਂ ਨੂੰ ਮਿਲਟਰੀ ਹਸਪੀਟਲ ਜਾ ਕੇ ਨਾ ਅਤੇ ਰੁਮਾਲ ਕੱਢ ਕੇ ਰੱਖਿਆ, ਅਤੇ ਗੁੱਸੇ ਕਹਿੰਦੇ ਕੀ ਹੈ? ਮਾਤਾ ਆਂਦੀ ਹੈ ਕੋਈ ਗੱਲ ਨਹੀਂ, ਇਹ ਸੰਤਾਂ ਨੇ ਆਪਣੇ ਨੂੰ ਤੁਹਾਨੂੰ ਭੇਜਿਆ, ਪੈਸੇ ਆ, ਤੂੰ ਵਰਤ ਨਾ, ਇਹਨੂੰ ਇੱਦਾਂ ਵਜੇ ਰਹਿਣ ਦੇ। ਮੈਂ ਜਾਊਂਗੀ, ਮੈਂ ਠੇਕਾ ਲੈਣਾ, ਉਹ 'ਚ ਜੋ ਸਰਦਾ ਬਣਨਾ ਉਹ ਪਾ ਕੇ ਅਤੇ ਆਖੀ ਆ ਲਓ ਸੰਤ ਜੀ ਇੱਦਾਂ, ਇਹ ਮੋੜੀ ਦੇ ਨਹੀਂ ਹੁੰਦੇ ਆ, ਤਾਂ ਉਹਨਾਂ ਤੇਰਾ ਸਤਿਕਾਰ ਕੀਤਾ, ਇਤਮਾਨ ਕੀਤਾ, ਕੋਈ ਗੱਲ ਨਹੀਂ। ਫਿਰ ਉਹ ਮੰਨ ਗਏ। ਫਿਰ ਮਾਤਾ ਜੀ ਆਏ, ਫਿਰ ਉਹਨਾਂ ਨੇ ਠੇਕਾ ਠੂਕਾ ਲੈ ਕੇ 4-5 ਹਜ਼ਾਰ ਜੋ ਵੀ ਵਿੱਚ ਪਾਇਆ, ਮੈਨੂੰ ਨਹੀਂ ਪਤਾ। ਫਿਰ ਉਹ ਸੰਤਾਂ ਨੂੰ ਜਾਗਦੇ ਆਉਂਦੇ ਇਹ ਕਿ ਉਹਨੇ ਆਖਿਆ ਤੁਹਾਡਾ ਆਸ਼ੀਰਵਾਦ ਹੀ ਪਤਾ ਮੈਂ ਠੀਕ ਹੋ ਗਿਆ, ਅਤੇ ਮੈਂ ਇੱਕ ਕੌਮ ਦੀ ਸੇਵਾ ਲਈ ਮਹਾਰਾਜ ਨੇ ਮੈਨੂੰ ਬਖਸ਼ਿਸ਼ ਕੀਤੀ ਹੈ, ਅਤੇ ਤੁਸੀਂ ਤੁਹਾਡਾ ਆਸ਼ੀਰਵਾਦ ਹੈ, ਮੈਂ ਠੀਕ ਹੋ ਗਿਆ ਅਤੇ ਆ ਗਿਆ। ਅਤੇ ਮਤਲਬ ਕਿ ਬਹੁਤ ਜ਼ਿਆਦਾ ਪਿਆਰ ਸੀਗਾ, ਕੋਈ ਇਹੋ ਜਿਹੀ ਨਹੀਂ, ਬਹੁਤ ਦਿਲੋਂ ਵਜੋਂ ਸਤਿਕਾਰ ਸੀ। ਜਨਰਲ ਸਾਹਿਬ ਫੌਜ ਦੇ ਵਿੱਚ ਵੀ ਜਰਨੈਲ ਸੀ, ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਜੰਗ ਹੋਈ ਆ ਉੱਥੇ ਉਹਨਾਂ ਨੇ ਸਿਪਾਹੀ ਸੀ ਬੇਸ਼ੱਕ, ਪਰ ਉੱਥੇ ਵੀ ਇੱਕ ਫੌਜੀ ਜਰਨੈਲ ਵਾਂਗ ਉਹਨਾਂ ਨੇ ਕਮਾਂਡ ਦਿੱਤੀ, ਕਿਉਂਕਿ ਜਿੰਨੇ ਵੀ ਟਕਸਾਲ ਦੇ ਵਿਦਿਆਰਥੀ ਸੀ, ਜਿਹੜੇ ਹੋਰ ਉੱਥੇ ਲੜਨ ਵਾਲੇ ਜੂਝਣ ਵਾਲੇ ਯੋਧੇ ਸੀ, ਸਾਰੇ ਕੋਈ ਟ੍ਰੇਨਡ ਨਹੀਂ ਸੀ ਬੇਸ਼ੱਕ ਬਹੁਤੇ। ਤਾਂ ਤੁਹਾਡੇ ਸਾਹਮਣੇ ਕਿਤੇ ਉਹਨਾਂ ਨੂੰ ਕਦੇ ਉਹ ਟ੍ਰੇਨਿੰਗ ਦਿੰਦੇ ਜਾਂ ਉਹਨਾਂ ਨੂੰ ਦੱਸਦੇ ਜਾਂ ਕੁਝ ਇਸ ਤਰ੍ਹਾਂ ਦੀਆਂ ਕੋਈ ਗੁਰ ਸਿਖਾਉਂਦੇ, ਕੋਈ ਗੱਲਬਾਤ ਦੇਖੀ ਹੋਵੇ? ਉਹਨਾਂ ਦੀ ਸਾਰੀ ਪ੍ਰਾਈਵੇਟ ਵੇਖੋ, ਜਿਹੜੇ ਆਰਮੀ ਅਫਸਰ ਹੁੰਦੇ ਨੇ ਕਿਸੇ ਨੂੰ ਕੁਛ ਨਹੀਂ ਦੱਸਦੇ। ਇਹਨਾਂ ਦੀ ਆਪਣੀ ਜਦੋਂ ਮੁਕਤੀਆਂ ਨਹੀਂ ਆ, ਟ੍ਰੇਨਿੰਗ ਚੁੱਪਚਾਪ ਦਿੱਤੀ ਆ, ਇਹਨਾਂ ਨੇ ਕਿਸੇ ਨੂੰ ਕੁਛ ਨਹੀਂ ਦੱਸਿਆ, ਅਤੇ ਤਰੀਕੇ ਸਮਝਾ ਦਿੱਤੇ ਆ, ਤੁਸੀਂ ਆਹ ਗਨ ਨਹੀਂ ਚਲਾਉਣੀ, ਆਹ ਨਹੀਂ ਚਲਾਉਣੀ, ਜਿੱਦਾਂ ਮੈਂ ਕਹੂੰਗਾ ਉੱਦਾਂ ਕਰਨਾ, ਔਰ ਤੁਸੀਂ ਇੰਨੇ ਬੰਦੇ ਮਾਰ ਦੋਗੇ, ਉਹਨੇ ਭਾਰੂ ਜੇ ਤੁਸੀਂ ਜੇ ਮੇਰੇ ਮੁਤਾਬਕ ਚੱਲੋਗੇ ਤੇ। ਇਹ ਉਹਨਾਂ ਨੂੰ ਟ੍ਰੇਨਿੰਗ ਸੀਗੀ। ਮਾਤਾ ਜੀ ਨਾਲ ਮੋਰਚੇ ਬਣਾਉਂਦੇ ਰਹੇ ਨੇ। ਅੱਛਾ ਜੀ। ਮੈਂ ਤਾਂ ਖੈਰ ਨਹੀਂ ਹੈ ਇੱਥੇ, ਬੱਚਾ ਮੇਰਾ ਛੋਟਾ ਸੀ, ਅਤੇ ਮਾਤਾ ਜੀ ਦੱਸਦੇ ਅਸੀਂ ਇੱਥੇ ਮੋਰਚੇ ਬਣਾਏ, ਇੱਥੇ ਪਲੈਨਿੰਗ ਉਹਨਾਂ ਦੀ ਸੀ, ਉਹਦੇ ਹਿਸਾਬ ਨਾਲ ਉਹ ਕਹਿੰਦੇ ਇੱਕ ਲੜਾਈ ਥੋੜ੍ਹੀ ਲੜੀ ਸੀ। ਜਿਉਂ 47 ਤੋਂ ਪਹਿਲਾਂ ਜਦੋਂ ਭਰਤੀ ਹੋਏ ਨੇ ਉੱਥੋਂ ਤੱਕ 71 ਤੱਕ ਲੜਾਈਆਂ ਲੜਦੇ ਰਹੇ। 65 ਦੀ ਲੜਾਈ ਵਿੱਚ ਸਾਡੇ ਪਿਤਾ ਜੀ ਗੁਜ਼ਰ ਜਾਂਦੇ ਨੇ ਜੀ। ਇਹ ਉਦੋਂ ਕਾਰਗਿਲ ਦੀ ਲੜਾਈ ਨੂੰ ਜਾ ਰਿਹਾ ਸੀਗਾ, ਜੰਮੂ ਕਸ਼ਮੀਰ ਵੱਲ ਜਾਂ ਇੱਥੇ ਰਾਹ 'ਚ ਇਹਨਾਂ ਟੈਲੀਗ੍ਰਾਮ ਮਿਲੀ, ਉਦੋਂ ਟੈਲੀਗ੍ਰਾਮ ਜਾਨੀ ਕੇਅਰ ਹਾਊਸ 56 AP ਉੱਤੇ ਜੀ, ਕੋਈ ਆ ਨਹੀਂ ਸੀ ਮੈਸੇਜ ਜੀ। ਫਿਰ ਇਹਨਾਂ ਟੈਲੀਗ੍ਰਾਮ ਪੜ੍ਹੀ ਆ ਪੱਥਰ 'ਤੇ ਬਹਿ ਕੇ, ਫਿਰ ਇਹ ਤੁਰ ਪਏ ਨੇ। ਫਿਰ ਉਹਨਾਂ ਆਖਿਆ ਕੀ ਗੱਲ ਹੋਈ? ਆਖਿਆ ਜੀ ਕੋਈ ਗੱਲ ਨਹੀਂ। ਉਹਨਾਂ ਇਹ ਦੱਸਿਆ ਨਹੀਂ ਕਿ ਮੇਰੇ ਪਿਤਾ ਜੀ ਗੁਜ਼ਰ ਗਿਆ ਜਾਂ ਕੁਛ, ਕੋਈ ਮੰਨਦੇ ਉਹਨਾਂ ਲੜਾਈ ਲੜੀ ਆ ਔਰ ਜਿੱਤੀ ਵੀ ਆ ਜੀ। ਬਿਲਕੁਲ। ਕਿਉਂ? ਪਹਿਲਾਂ ਉਹਨਾਂ ਨੇ ਮੁਲਕ ਵੇਖਿਆ, ਪਰਿਵਾਰ ਬਾਅਦ 'ਚ।
ਜੀ ਜੀ। ਮੇਰੇ ਵਿਆਹ 71 ਚ ਹੋਇਆ, ਮੇਰੇ ਵਿਆਹ ਤੇ ਨਹੀਂ ਆ ਗਿਆ ਬੇਅੰਤ, ਮੈਂ ਤੇਰੇ ਵਿਆਹ ਤੇ ਨਹੀਂ ਆ ਸਕਦਾ, ਮੈਂ ਤੇਰਾ ਭਰਾ ਇੱਥੇ ਆ ਕਰਨ ਡਿਆ, ਸਭ ਕੁਝ ਤੇਰੇ ਭਰਾ ਦੇ ਅੰਡਰ ਹੀ ਚੱਲਣ ਡਿਆ, ਬੰਗਲਾਦੇਸ਼ ਜਿਹੜੀ ਲੜਾਈ ਹੋਣ ਡਈ ਹੈ ਜੋ ਕੁਛ ਹੀ ਹੈ, ਇਹ ਕਰਕੇ ਮੈਂ ਨਹੀਂ ਆ ਰਿਹਾ, ਤੂੰ ਸਮਝ ਤੇਰੇ ਭਰਾ ਦੀ ਉੱਥੇ ਜਿੱਤ ਹੋਊਗੀ ਜੀ। ਉਹਨਾਂ ਦਾ ਆਉਣਾ ਨਾ ਆਉਣਾ ਉਹ ਸਾਡੇ ਵਿੱਚ ਨੇ, ਉਹਨਾਂ ਦਾ ਪਿਆਰ ਸਤਿਕਾਰ, ਉਹਨਾਂ ਦੀ ਸੋਚ ਨਹੀਂ ਇੱਕ ਅਲੱਗ ਸੀ, ਹਰ ਤਰ੍ਹਾਂ ਨਾਲ ਹੀ ਜੀ ਪਿਆਰ ਨੂੰ ਵੀ ਸਤਿਕਾਰ ਦਿੰਦੇ ਸੀ। ਔਰ ਉਹਨਾਂ ਆਰਮੀ 'ਚ ਰਹਿ ਕੇ ਹਿੰਦੁਸਤਾਨ ਸਰਕਾਰ ਦਾ ਵੀ ਸਿਰ ਉੱਚਾ ਕੀਤਾ। ਬਾਅਦ 'ਚ ਗੁਰੂ ਰਾਮਦਾਸ ਨੇ ਕਿਰਪਾ ਕੀਤੀ, ਸੰਗਤ ਨੇ ਕੀਤੀ, ਸੰਤਾਂ ਨਾਲ ਰਲ ਕੇ ਫਿਰ ਸਿੱਖ ਕੌਮ ਦਾ ਨਾਮ ਉੱਚਾ ਕੀਤਾ। ਜਦੋਂ ਕਿ ਇਹਨਾਂ ਤੋਂ ਵੱਡੇ ਜਰਨੈਲ ਵੀ ਹੋ ਚੁੱਕੇ, ਜਨਰਲ ਹਰਬਖਸ਼ ਹੋ ਚੁੱਕਾ ਹੈ, ਜਨਰਲ ਬਿਕਰਮ ਸਿੰਘ ਹੋ ਚੁੱਕਾ ਹੈ, ਉਹ ਹਿੰਦੁਸਤਾਨ ਲਈ ਲੜੇ ਨੇ, ਉਹਨਾਂ ਦਾ ਨਾਮ ਹੀ ਕੋਈ ਨਹੀਂ, ਆਮ ਸੜਕਾਂ ਦੇ ਨਾਂ ਬਿਲਕੁਲ ਜਨਰਲ ਹਰਬਖਸ਼ ਸਿੰਘ ਤੋਂ ਲਾ ਕੇ ਨਿਰਾ ਹਰਬਖਸ਼ ਕਰ ਦਿੱਤਾ ਹੈ। ਭਾਜੀ ਦਾ ਨਾਂ ਦੇ ਨਾਲ ਜਰਨੈਲ ਰਹਿਣਾ, ਕਿਉਂ ਇਹ ਸਿੱਖ ਕੌਮ ਦੀ ਸ਼ਹੀਦੀ ਨਾਲ ਪ੍ਰਾਪਤ ਕੀਤੀ ਹੈ, ਸਿੱਖਾਂ ਲਈ ਅਖੀਰ ਤੇ ਆਪਣੇ ਹੋ ਕੇ ਆਪਣੇ ਨਾਲ ਮਰਵਾਇਆ ਆਪਣਿਆਂ ਨੇ। ਇਹ ਇੰਦਰਾ ਗਾਂਧੀ ਸੈਕੰਡ ਆ, ਪਹਿਲਾਂ ਮਰਵਾਉਣ ਵਾਲੇ ਆਪਣੇ ਨੇ, ਆਪਣੀ ਪੰਜਾਬ ਸਰਕਾਰ ਆ। ਇਹ ਉਹਨੂੰ ਦੋਸ਼ ਦੇਣਾ ਬਾਅਦ ਦੀ ਗੱਲਾਂ, ਮੁਖਬਰ ਤੇ ਇਹ ਨੇ, ਉਹਨੂੰ ਦੋਸ਼ ਦੇਈਏ ਉਹ ਬਾਅਦ ਹੀ ਦੁਸ਼ਮਣ ਆ। ਬਿਲਕੁਲ, ਜਿਹੜੇ ਉਦੋਂ ਨਾਲ ਪਾਰਟੀ ਜਿਹੜੀ ਆ ਕਾਂਗਰਸ ਦੀ, ਮੈਂ ਕਿਸੇ ਪਾਰਟੀ ਨੂੰ ਬਿਲੋਂਗ ਨਹੀਂ ਕਰਦਾ, ਮੇਰਾ ਅਲੱਗ ਆ, ਮੈਂ ਕਿਸੇ ਨੂੰ ਜੁਆਇਨ ਨਹੀਂ ਕੀਤਾ ਜੀ। ਪਾਰਟੀਆਂ ਅਲੱਗ ਜਗ੍ਹਾ ਨੇ, ਸਭ ਕੁਝ ਹੈ। ਪਾਰਟੀ ਜਿਹੜੇ ਬੰਦੇ ਨੇ ਉਹਨਾਂ ਕੀ ਕਿਰਦਾਰ ਹੈ, ਕਿੱਦਾਂ ਜੇ ਕਰਦੇ ਨੇ ਤੇ ਭਰਦੇ ਨੇ। ਪਾਰਟੀ ਨਾ ਕੌਮ ਕੋਈ ਮਾੜੀ, ਨਾ ਕੋਈ ਪਾਰਟੀ ਮਾੜੀ, ਪਾਰਟੀਆਂ ਸਾਰੀਆਂ ਚੰਗੀਆਂ ਨੇ। ਬਿਲਕੁਲ ਬਿਲਕੁਲ, ਜਿਹੜੇ ਉਸ ਵਕਤ ਸੰਤ ਕੋਈ ਗੱਲ ਨਹੀਂ, ਕੋਈ ਇਹੋ ਜਿਹੀ ਦੋ ਰਾਏ ਨਹੀਂ ਗੀ, ਸਾਰੀਆਂ ਪਾਰਟੀਆਂ ਚੰਗੀਆਂ, ਕੌਮਾਂ ਸਾਰੀਆਂ ਚੰਗੀਆਂ। ਜਿਹੜੇ ਗੰਦੇ ਲੋਕ ਨੇ ਉਹ ਕਰਾਉਂਦੇ, ਸਾਡੇ 'ਚ ਗੰਦੇ ਹੀ ਬੰਦੇ ਜਿਨ੍ਹਾਂ ਨੇ ਬਲੂ ਸਟਾਰ ਕਰਵਾਇਆ, ਉਹਦੇ ਸ਼ਰੇਆਮ ਬਾਦਲ ਟੋਰਾ ਜ਼ਿੰਮੇਵਾਰ ਆ, ਇਹ 'ਚ ਡਿਨਾਈ ਨਹੀਂ ਉਹ ਕਰ ਸਕਦੇ ਕਿਸੇ ਪਾਸੇ, ਔਰ ਅੱਜ ਤੱਕ ਕਰੀ ਆਉਂਦੇ ਨੇ। ਸਿੱਖ ਕੌਮ ਦਾ ਘਾਣ ਅੱਜ ਤੱਕ ਵੀ ਕਰੀ ਆਉਂਦੇ ਨੇ। ਜੀ ਬਿਲਕੁਲ। ਜਰਨੈਲ ਸਿੰਘ ਜੀ ਦੇ ਵਕਤ ਜਿਹੜਾ ਸੰਘਰਸ਼ ਸੀ ਜੂਨ 1984, ਉਸ ਵਕਤ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਜੀ ਨੂੰ ਧੋਖਾ ਦਿੱਤਾ, ਹਾਂਜੀ, ਉਹ ਨਾਮ ਕਿਹੜੇ ਆ, ਉਹ ਚਿਹਰੇ ਕਿਹੜੇ ਜਿਹੜੇ ਆਪਣੇ ਆਪ ਨੂੰ ਪੰਥ ਜਾਂ ਫਖਰੇ ਕੌਮ ਦਾ ਦਾਵਾ ਕਰਦੇ ਆ, ਉਹ ਸ਼ਹੀਦਾਂ ਦੇ ਪਰਿਵਾਰ ਜਿਹੜੇ ਆ ਉਹ ਬਾਈ ਨੇਮ ਦੱਸ ਰਹੇ ਨੇ, ਕਿਉਂਕਿ ਇਹਨਾਂ ਨੇ ਉਹ ਚੀਜ਼ਾਂ ਨੇੜੇ ਹੋ ਕੇ ਤੱਕੀਆਂ ਨੇ। ਜੇ ਆਪਾਂ ਗੱਲ ਕਰੀਏ ਜੀ 1 ਤੋਂ ਲੈ ਕੇ 6 ਜੂਨ ਤੱਕ ਜਿਹੜਾ ਕਹਿਰ ਵਾਪਰਿਆ, ਭਾਰਤੀ ਫੌਜ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਤੇ ਖਾਲਸਾ ਰਾਜ ਦੀ, ਖਾਲਸਾ ਪੰਥ ਦੀ ਚੜ੍ਹਦੀ ਕਲਾ ਦੀ ਜਿਹੜੀ ਆਵਾਜ਼ ਜਨਰਲ ਸਾਹਿਬ ਹੋਣ, ਸੰਤ ਜਰਨੈਲ ਸਿੰਘ ਜੀ ਤੇ ਸਮੁੱਚੇ ਜਿਹੜੇ ਯੋਧੇ ਲੜਨ ਵਾਲੇ ਸੀ, ਔਰ ਉਹ ਸਮੁੱਚੀ ਸਿੱਖ ਸੰਗਤ ਜਿਹੜੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਮਨਾਉਣ ਆਈ ਸੀ, ਸਾਰੀ ਉੱਥੇ ਹਜ਼ਾਰਾਂ ਦੀ ਗਿਣਤੀ ਸ਼ਹੀਦ ਹੋਈ ਹੈ। ਬੇਸ਼ੱਕ ਲੜਾਕੂ ਯੋਧੇ ਆ ਉਹ ਸੈਂਕੜੇ ਹੀ ਸੀ। ਤਾਂ ਤੁਹਾਡਾ ਪਰਿਵਾਰ ਵੀ ਜਿਹੜਾ 1 ਜੂਨ ਤੋਂ ਬਾਅਦ ਤੱਕ ਉੱਥੇ ਫਸਿਆ ਹੋਇਆ ਸੀ, 3 ਜੂਨ ਨੂੰ ਬਾਹਰ ਆਇਆ, ਉਹ ਕਿੱਦਾਂ ਬਾਹਰ ਆਇਆ, ਉਹਦੇ ਬਾਰੇ ਸਾਨੂੰ ਜ਼ਰੂਰ ਥੋੜ੍ਹਾ ਦੱਸੋ। ਮੇਰਾ ਲੜਕਾ, ਮੇਰੀ ਮਿਸੇਜ ਜੀ, ਮਾਤਾ ਜੀ, ਭਾਬੀ ਜੀ ਸਾਰੇ ਉੱਥੇ ਸੀਗੇ, ਛੁੱਟੀਆਂ ਸੀਗੀਆਂ, ਬੱਚੇ ਇੱਥੇ ਆਏ, ਛੋਟੇ ਆਏ ਫਾਰਮ ਤੇ ਹਾਂ ਬਾਜਪੁਰ। ਉਹ ਫਿਰ ਜਦੋਂ ਬਲੂ ਸਟਾਰ ਹੋ ਗਿਆ, ਫਿਰ ਇਹਨਾਂ ਭਾਜੀ ਨੇ ਕਿਹਾ ਕਿ ਤੁਸੀਂ ਜਾਓ, 3 ਤਰੀਕ ਨੂੰ ਕਹਿੰਦੇ ਆ, ਕੋਈ ਥੋੜ੍ਹਾ ਟਾਈਮ ਮਿਲਿਆ, ਔਰ ਬੜੇ ਸ਼ਾਰਟ ਜਿਹੇ ਟਾਈਮ ਦੇ ਵਿੱਚ ਇਹ ਫਿਰ ਉਹਨਾਂ ਨੇ ਆਖਿਆ ਤੁਸੀਂ ਜਾਓ, ਮੈਂ 4 ਜੂਨ ਨੂੰ 5 ਨੂੰ ਮੈਂ ਉੱਥੇ ਆ ਜਾਊਂਗਾ। ਗੁਰੂ ਅਰਜਨ ਦੇਵ ਜੀ ਦਾ ਇੱਥੋਂ ਅਕਾਲ ਤਖਤ ਸਾਹਿਬ ਤੋਂ ਜਾਂਦੀ ਆ ਚੌਂਕੀ ਸਾਹਿਬ ਜੀ, ਉਹਦੀ ਸੇਵਾ ਕਰੀਦੀ ਆ, ਮਾਤਾ ਜੀ ਵੀ ਕਰਦੇ, ਸਾਰੇ ਅੱਜ ਤੱਕ ਵੀ ਚੱਲੀ ਆਉਂਦੀਆਂ। ਉਹਦੇ ਵਿੱਚ ਫਿਰ ਉਹਦੇ ਪੱਜ ਨਾਲ ਉਹਨਾਂ ਉੱਥੋਂ ਕੱਢ ਦਿੱਤਾ। ਉਹਨਾਂ ਨੂੰ ਸਾਰਾ ਪਤਾ ਸੀਗਾ ਕੀ ਹੋਣਾ ਕਿੱਦਾਂ ਨਹੀਂ, ਇਹ ਅਣਜਾਣ ਸੀਗੇ। ਇਹ ਫਿਰ ਵਾਪਸ ਆ ਗਏ, ਇਹ ਫਿਰ ਪਿੰਡ ਚਲੇ ਗਏ ਨੇ। ਪਿੰਡ ਜਾ ਕੇ ਨਾ ਸਭ ਕੁਝ ਵੇਖਿਆ, ਖੜਾਕ ਜੋ ਹੋਇਆ, ਕੀ ਹੋਇਆ ਕੀ ਨਹੀਂ ਹੋਇਆ, ਔਰ ਅੱਜ ਆ ਹੋ ਗਿਆ ਕੱਲ੍ਹ, ਕਿਉਂ ਨਿਊਜ਼ 'ਤੇ ਕੋਈ ਸ਼ਬਦ ਹੀ ਨਹੀਂ ਸੀ, ਨਾ ਕੋਈ ਰੇਡੀਓ ਚੱਲਦਾ ਸੀ, ਬੰਦ ਸੀ ਸਭ ਕੁਝ ਸੀ, ਬਲੈਕ ਆਊਟ ਸੀ, ਕੋਈ ਕਿਸਮ ਦਾ ਨਹੀਂ। ਇਹ ਫਿਰ ਬਾਅਦ 'ਚ ਪਤਾ ਲੱਗਿਆ ਕਿ 5 ਤਰੀਕ ਨੂੰ ਭਾਈ ਸਾਹਿਬ ਨੇ ਸ਼ਹੀਦੀ ਪਾ ਲਈ ਹੈ, ਅਤੇ 6 ਨੂੰ ਸਵਖਤ ਤੇ ਮੁੜ ਕੇ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਵਾਲਿਆਂ ਨੇ ਅਕਾਲ ਤਖਤ ਸਾਹਿਬ ਤੋਂ ਬਾਹਰ ਆਣ ਕੇ ਜਰਕਾਰੇ ਛੱਡ ਕੇ ਫੌਜ ਦੇ ਸਾਹਮਣੇ ਹੋ ਕੇ ਕੀਤੀ ਆ, ਔਰ ਪੂਰੀ ਲੜਾਈ ਲੜੀ ਆ। ਔਰ ਅੱਜ ਤੱਕ ਤੁਸੀਂ ਯਕੀਨ ਨਹੀਂ ਕਰਨਾ, ਵਿਦੇਸ਼ਾਂ 'ਚ ਅਮਰੀਕਾ ਗੌਰਮੈਂਟ ਦਾ ਇਰਾਨ ਇਰਾਕ 'ਚ ਨਹੀਂ ਗਾ ਨੁਕਸਾਨ ਹੋਇਆ, ਹੋਰ ਨਾ ਗੌਰਮੈਂਟ ਇੰਨਾ ਨਹੀਂ ਹੋਇਆ ਜਿੰਨਾ ਨੁਕਸਾਨ ਦਰਬਾਰ ਸਾਹਿਬ ਦੇ ਵਿੱਚ ਆਰਮੀ ਦਾ ਹੋਇਆ, ਹਿੰਦੁਸਤਾਨ ਦੀ ਆਰਮੀ ਦਾ ਹੋਇਆ, ਔਰ ਮੂੰਹ ਦੀ ਖਾਣੀ ਪਈ ਆ। ਬਿਲਕੁਲ ਬਿਲਕੁਲ। ਇਹ 12-15 ਮਿੰਟ ਦੇ ਵਿੱਚ ਆਪਣੇ ਪਲਾਨ ਬਦਲਦੇ ਰਹੇ ਨੇ ਕਿ ਹੁਣ ਕੀ ਕਰਨਾ, ਹੁਣ ਕੀ ਕਰਨਾ। ਬਿਲਕੁਲ, ਬੜਾ ਇਹਨਾਂ ਦਾ ਮੁਸੀਬਤ ਬਣੀ ਹੋਈ। ਬਿਲਕੁਲ, ਗੱਲ ਝੱਡੀ ਫਸ ਗਈ ਹੈ। ਤੇ ਬਾਕੀ ਠੀਕ ਹੈ, ਮਹਾਰਾਜ ਨੇ ਇਹਨਾਂ ਦੀ ਕਿਰਪਾ ਕੀਤੀ ਹੈ, ਇਹਨਾਂ ਆਪਣੀ ਜੋ ਕਿਹਾ ਸੀ ਉਹ ਨਿਭਾਇਆ, ਹੱਥ ਖੜੇ ਕਰਕੇ ਆਉਣ ਇਹ ਵੀ ਆ ਸਕਦੇ, ਅਰਦਾਸ ਨਿਭਾਈ, ਇਹ ਵੀ ਇਹਨਾਂ ਨੂੰ ਆਫਰ ਸੀ, ਇਹ ਵੀ ਵੱਡੀ ਗੱਲ। ਬਿਲਕੁਲ, ਜੇ 3 ਤਰੀਕ ਇਹ ਵੀ ਇਹਨਾਂ ਨੂੰ ਮਿਲਦਾ ਸੀ, ਇਹ ਵੀ ਲੈ ਸਕਦੇ ਸੀ ਜੀ, ਇਹਨਾਂ ਨੂੰ ਚੰਗਾ ਨਹੀਂ ਲੱਗਦਾ। ਪਰ ਉਹ ਸਿਰਫ ਅਸੀਂ ਪੰਜਾਬ ਦੇ ਹੱਕਾਂ ਲਈ ਲੜੇ, ਅਸੀਂ ਆਪਣੇ ਲਈ ਨਹੀਂ ਲੜੇ ਜੀ। ਨਾ ਭਾਈ ਸਾਹਿਬ, ਨਾ ਜਰਨੈਲ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਆਪਣੇ ਲਈ। ਅੱਜ ਵੀ ਲੜਾਈ ਉਹ ਚੱਲੀ ਜਾਂਦੀ ਹੈ। ਇਹ ਜੋ ਅੱਜ ਹੱਕ ਇਹਨਾਂ ਦਾ ਲੀਡਰਾਂ ਦਾ ਅੱਗੇ ਲਾ ਕੇ ਲੈਣ ਦਾ, ਇਹ ਪਬਲਿਕ ਨੂੰ ਅੱਗੇ ਲਾ ਦਿੰਦੇ, ਅਸੀਂ ਤੁਹਾਨੂੰ ਚੁਣਿਆ, ਤੁਸੀਂ ਜਾ ਕੇ ਸਾਨੂੰ ਪਾਣੀ ਲੈ ਕੇ ਦਿਓ, ਬਿਜਲੀ ਤੁਸੀਂ ਲੈ ਕੇ ਦਿਓ, ਤੁਹਾਡੀ ਜ਼ਿੰਮੇਵਾਰੀ ਹੈ, ਸਾਡੀ ਨਹੀਂ ਕੀ ਹੈ। ਸਹੀ, ਬਿਲਕੁਲ।
ਅਸੀਂ ਕਿਉਂ ਮਰੀਏ ਵੀ? ਤੁਹਾਨੂੰ ਜਿਤਾਇਆ, ਤੁਸੀਂ ਜਾ ਕੇ ਲੈ ਕੇ ਦਿਓ। ਹੁਣ ਤੇ ਭਾਜੀ ਇੱਥੋਂ ਤੱਕ ਹੋ ਗਿਆ, ਸੜਕ ਮੈਂ ਬਣਾ ਕੇ ਦਿੱਤੀ ਹੈ, ਤੂੰ ਮਾਂ ਦਾ ਸੂਤ ਵੇਚ ਬਣਾ ਕੇ ਦਿੱਤੀ ਹੈ, ਤੇਰਾ ਫਰਜ਼ ਬਣਦਾ, ਤੂੰ ਬਣਿਆ ਹੈ। ਸਹੀ, ਸਾਡਾ ਤੂੰ ਚੇਅਰਮੈਨ ਹੈ, ਸਾਡਾ ਤੂੰ MP ਹੈ, MLA, ਤੇਰਾ ਫਰਜ਼ ਹੈ। ਰਾਜਨੀਤੀ ਦਾ ਬੇੜਾ ਗਰਕ ਹੋ ਗਿਆ। ਹੁਣ ਕੋਈ ਵੀ ਚੀਜ਼ ਕਰਨੀ ਅਸੀਂ ਤੁਹਾਨੂੰ ਆਹ ਕਰਕੇ ਦਿੱਤਾ, ਆਹ ਜਦੋਂ ਕਿ ਇਹਨਾਂ ਦਾ ਆਪਣਾ ਫਰਜ਼ ਹੈ, ਪਾਣੀ ਲੈ ਕੇ ਦੇਣਾ ਇਹਨਾਂ ਦਾ ਫਰਜ਼ ਹੈ, ਪਬਲਿਕ ਮਰਵਾਉਣ ਦਾ ਨਹੀਂ ਇਹਨਾਂ ਕੰਮ। ਆਖੀ ਅਸੀਂ ਤੁਹਾਡੇ ਨਾਲ ਆ, ਤੁਸੀਂ ਸਾਨੂੰ ਜਿਤਾਇਆ, ਪਾਣੀ ਬਿਜਲੀ ਇਹ ਅਸੀਂ ਲੈ ਕੇ ਦੇਵਾਂਗੇ। ਪਬਲਿਕ ਤੇ ਇਹਨਾਂ ਨਾਲ ਲੱਗੂਗੀ, ਉਸੇ ਵੇਲੇ ਅੱਗੇ ਲਾ ਕੇ ਹੋ ਕੇ ਮਰੂਗੀ। ਬਿਲਕੁਲ। ਜੇ ਸੰਤ ਜੀ ਜਾਂ ਜਰਨਲ ਸਾਹਿਬ ਚਾਹੁੰਦੇ ਤਾਂ ਉਹ ਵੀ ਉੱਥੋਂ 3 ਤਰੀਕ ਨੂੰ ਨਿਕਲ ਸਕਦੇ ਸੀ, ਪਰ ਨਹੀਂ, ਉਹਨਾਂ ਨੇ ਅਰਦਾਸ ਕੀਤੀ ਸੀ ਤੇ ਉਹ ਹੱਥ ਖੜੇ ਕਰਕੇ ਬਾਹਰ ਆਉਣ ਵਾਲੇ ਲੀਡਰਾਂ ਵਾਂਗਦੇ ਸੀ। ਇਹ ਗੱਦੀ ਸਾਹਿਬ ਸ੍ਰੀ ਗੁਰੂ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਦੀ ਗੱਦੀ ਤੇ ਬਿਰਾਜਮਾਨ ਸੀਗੇ। ਬਿਲਕੁਲ ਬਿਲਕੁਲ। ਤੁਹਾਨੂੰ ਨੀਵਾਂ ਦਿਖਾਉਣ ਲਈ, ਇਹ ਨੀਵਾਂ ਨਹੀਂ ਵੇਖਿਆ ਜਾਣਾ। ਇਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦਾ ਅਕਾਲ ਤਖਤ ਆ, ਇਹ ਰਹਿਣਾ ਹੀ ਆ। ਹੁਕਮ ਇੱਥੋਂ ਹੀ ਚੱਲਦੇ ਰਹਿਣੇ ਨੇ। ਬਿਲਕੁਲ ਬਿਲਕੁਲ। ਇਹ ਅੱਜ ਜੋ ਮਰੇ ਮੈਂ ਆਜੀ ਨੂੰ ਲਾਤਾ, ਦੂਰੇ ਲਾਤਾ, ਬਣਾਤਾ, ਅਖੀਰ ਤੇ ਵੇਖੋ ਤੁਸੀਂ ਔਰੰਗਜ਼ੇਬ ਦਾ ਬੇੜਾ ਗਰਕ ਹੋਇਆ, ਕੋਈ ਨਾਂ ਰਹਿ ਗਿਆ? ਬਹਾਦਰ ਸ਼ਾਹ ਜ਼ਫਰ ਦਾ ਰਹਿ ਗਿਆ, ਰੰਗੂਨ 'ਚ ਜਾ ਕੇ ਮਰਿਆ। ਜੂਨ 1984 ਹਮਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਕੀਤਾ ਗਿਆ, ਭਾਰਤੀ ਸਰਕਾਰ ਵੱਲੋਂ ਕੀਤਾ ਗਿਆ, ਇੰਦਰਾ ਗਾਂਧੀ ਦੀ ਸਰਕਾਰ ਵੱਲੋਂ ਕੀਤਾ ਗਿਆ। ਉਹ ਕਿਰਾਇਆ ਕਿੰਨਾ ਵੱਲੋਂ ਗਿਆ, ਕਿਹੜੇ ਹਾਲਾਤ ਬਣੇ? ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਲੇ ਉਹ ਚਿਹਰੇ ਜਿਹੜੇ ਆਪਣੇ ਆਪ ਨੂੰ ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਅਖਵਾਉਂਦੇ ਰਹੇ ਜਾਂ ਅਕਾਲੀ ਦਲ ਦੇ ਆਗੂ ਅਖਵਾਉਂਦੇ ਰਹੇ, ਪਰ ਉਹ ਸਮਾਂ ਪੈਣ 'ਤੇ ਜਿਹੜੇ ਹੱਥ ਖੜੇ ਕਰਕੇ ਬਾਹਰ ਆਏ। ਅਤੇ ਇੱਕ ਪਾਸੇ ਜਨਰਲ ਸ਼ਾਹਬੇਗ ਸਿੰਘ ਜੀ ਜਿਹੀਆਂ ਸ਼ਖਸੀਅਤਾਂ ਜਿਹੜੀਆਂ ਨੇ ਉਹ ਅੱਗੇ ਹੋ ਕੇ ਲੜੀਆਂ। ਇੱਕ ਪਾਸੇ ਭਾਰਤੀ ਫੌਜ ਦੇ ਜਰਨੈਲ ਸੀ, ਇੱਕ ਪਾਸੇ ਸਿੱਖਾਂ ਦਾ ਜਰਨੈਲ ਸੀ ਸੰਤ ਜਰਨੈਲ ਸਿੰਘ, ਅਤੇ ਸਿੱਖਾਂ ਦਾ ਜਰਨੈਲ ਸੀ ਜਨਰਲ ਸ਼ਾਹਬੇਗ ਸਿੰਘ, ਜਿਨ੍ਹਾਂ ਨੇ ਐਸਾ ਇਤਿਹਾਸ ਰਚਿਆ ਕਿ ਅੱਜ 36 ਸਾਲਾਂ ਬਾਅਦ ਵੀ ਅਸੀਂ ਮਾਣ ਕਰਦੇ ਹਾਂ ਅਤੇ ਉਹਨਾਂ ਦਾ ਪਰਿਵਾਰ ਜਿਹੜਾ ਉਹ ਵੀ ਸਦਾ ਸੀਨਾ ਚੌੜਾ ਕਰਕੇ ਯਾਦ ਕਰੇਗਾ ਵੀ ਠੀਕ ਸਾਡੇ ਵੱਡਿਆਂ ਨੇ, ਸਾਡੇ ਭਾਈਆਂ ਨੇ, ਸਾਡੇ ਬਜ਼ੁਰਗਾਂ ਨੇ ਇੱਕ ਅਜਿਹਾ ਇਤਿਹਾਸ ਰਚਿਆ ਕਿ ਸੱਚਮੁੱਚ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਹੈ ਸਾਡੇ ਵਾਸਤੇ ਸਭ ਤੋਂ ਉੱਚਾ ਜਿਹੜਾ ਤਖਤ ਇਹੀ ਹੈ, ਅਤੇ ਮੀਰੀ ਪੀਰੀ ਦੇ ਜਿਹੜੇ ਨਿਸ਼ਾਨ ਆ ਉਹ ਸਦਾ ਚੜ੍ਹਦੀ ਕਲਾ ਦੇ ਨਾਲ ਜਿਹੜਾ ਉਹ ਝੂਲਦੇ ਰਹਿਣਗੇ। ਭਾਰਤੀ ਫੌਜ ਜਨਰਲ ਸਾਹਿਬ ਨੇ ਜਦੋਂ ਆਏ, ਫੌਜ ਦੇ ਵਿੱਚੋਂ ਛੱਡੀ, ਫੌਜ ਦੇ ਵਿੱਚ ਉਹਨਾਂ ਦੇ ਉੱਤੇ ਇੱਕ ਤੋਹਮਤ ਲਾ ਦਿੱਤੀ ਗਈ ਸੀ। ਸਾਰੇ ਲੋਕ ਜਾਣਦੇ, ਪਰ ਅਸੀਂ ਤੁਹਾਡੇ ਮੂੰਹ ਸੁਣਨਾ ਚਾਹੁੰਦੇ ਜਿਹੜੀ ਉਹ ਤੋਹਮਤ ਕਿਸ ਤਰੀਕੇ ਨਾਲ ਲਾਈ ਗਈ ਔਰ ਐਸੀ ਸ਼ਖਸੀਅਤ ਦੇ ਉੱਤੇ ਲਾਈ ਗਈ ਜਿਹੜੀ ਸ਼ਖਸੀਅਤ ਨੇ ਜਾਨ ਦੀ ਪਰਵਾਹ ਨਾ ਕੀਤਿਆਂ ਹੋਇਆਂ ਜੂਨ 84 ਦੇ ਵਿੱਚ ਬਹੁਤ ਕਮਾਲ ਦੀ ਜਿਹੜੀ ਹੈ ਆਪਣੀ ਭੂਮਿਕਾ ਨਿਭਾਈ, ਅਤੇ ਕੁਛ ਗਿਣਤੀ ਦੇ ਵਿੱਚ ਜਿਹੜੇ ਲੜਾਕੂ ਸੀ ਸਿੱਖ ਸੰਘਰਸ਼ ਦੇ ਫੌਜਾਂ, ਉਹਨਾਂ ਨੇ ਲੱਖਾਂ ਦੀ ਫੌਜ ਜਿਹੜੀ ਭਾਰਤੀ ਫੌਜ ਸੀ, ਕੋਈ ਕਮਾਂਡਰ ਸੀ, ਕੋਈ ਕਿਤੋਂ ਦੀ ਟੁਕੜੀ ਸੀ, ਕਿਤੋਂ ਦੀ, ਬਲਕਿ ਵਿਦੇਸ਼ਾਂ ਦੀਆਂ ਵੀ ਏਜੰਸੀਆਂ ਵਿੱਚ ਦੀ ਸਪੋਰਟ ਕਰ ਰਹੀਆਂ ਸੀ, ਤਾਂ ਉਹਨਾਂ ਨੂੰ ਜਿਹੜਾ ਮੂੰਹ ਦਿਖਾਣੀ ਪਈ। ਜਨਰਲ ਸਾਹਿਬ ਨੂੰ ਫੌਜ ਦੀ ਨੌਕਰੀ ਦੇ ਵਿੱਚੋਂ ਕਿਸ ਮਨੋਕਾਮਨਾ ਤਹਿਤ ਲਾਂਭੇ ਕੀਤਾ ਗਿਆ ਜਾਂ ਕਿਉਂ ਜਿਹੜਾ ਉਹਨਾਂ ਦੇ ਉੱਤੇ ਇੱਕ ਤੋਹਮਤ ਲਾਈ ਗਈ ਸੀ? ਇਹ ਐਕਚੁਅਲੀ ਜਦੋਂ ਇਹ ਰਾਜਨੀਤੀ, ਜਦੋਂ ਵੱਡੇ ਰੈਂਕ ਮਿਲਦੇ ਨੇ, ਸਾਰੇ ਰਾਜਨੀਤੀ ਦੇ ਮੁਤਹਿਤ ਹੁੰਦੇ ਨੇ, ਸਾਰੇ ਇੱਥੇ ਰਾਜਨੀਤੀ ਕੰਮ ਕਰਦੀ ਹੈ, ਸੀਨੀਅਰਟੀ ਨਹੀਂ ਵੇਖੀ ਜਾਂਦੀ ਨਾ ਜੀ। ਸੀਨੀਅਰਟੀ ਵੇਖਣ ਤੇ ਬਹੁਤ ਕੁਝ ਹੁੰਦਾ ਹੈ। ਅੱਜ ਵੀ ਸੀਨੀਅਰਟੀ ਨਾ ਵੇਖਦੇ ਹੋਏ 3 ਜਰਨੈਲਾਂ ਨੂੰ ਛੱਡ ਕੇ ਤੇ ਹੁਣ ਦੇ ਆਪਣੀ ਜਿਹੜੀ ਸਰਕਾਰ ਹੈ, ਮੋਦੀ ਸਰਕਾਰ, ਇਹਨੇ ਫਿਰ ਇੱਕ ਆਪਣਾ ਉੱਤੇ ਚੀਫ ਆਫ ਕਮਾਂਡਰ ਆਪਣਾ ਲਾਤਾ। ਛੱਡੋ ਆਪਾਂ ਇਹਨਾਂ ਦਾ ਬਲੂ ਸਟਾਰ ਵੱਲ ਜਾਂਦੇ ਜੀ। ਇਹਨਾਂ ਨੇ 65 ਦੀ ਲੜਾਈ ਲੜੀ, ਮਤਲਬ ਕਿ ਇਹ 71 ਇਹ ਹੈਗੇ ਸੀ ਅੰਗਰੇਜ਼ ਗੌਰਮੈਂਟ ਜਦੋਂ ਭਰਤੀ ਹੋਇਆ, ਲੈਫਟੀਨੈਂਟ ਸਿਲੈਕਟ ਹੋਏ ਜੀ। ਸਿਲੈਕਟ ਹੋਣ ਤੋਂ ਬਾਅਦ ਇਹ ਆਪਣੇ 47 ਦਾ ਵੰਡ ਹੋ ਗਈ ਜੀ। ਉਦੋਂ ਇਹ ਸਿੱਖ ਰੈਜੀਮੈਂਟ ਵਿੱਚ ਸੀਗੇ ਜੀ। ਇਹ ਲੋਰਾ ਲਾਰੀ ਤੋਂ ਆਏ ਸੀਗੇ ਜੀ, ਨਾਲ ਗੁਰੂ ਗ੍ਰੰਥ ਸਾਹਿਬ ਲੈ ਕੇ ਆਏ ਸੀ। ਮਹਾਰਾਜ ਦੇ ਕਿਰਪਾ ਨਾਲ ਸਾਰੀ ਜਾਂ ਫੌਜ ਇੱਧਰ ਆ ਗਈ। ਇੱਧਰੋਂ ਮੁੜ ਕੇ ਇਹਨਾਂ 65 ਦੀ ਲੜਾਈ ਲੜੀ, 71 ਦੀ ਲੜੀ, 71 ਦੀ ਲੜਾਈ 'ਚ ਬੰਗਲਾਦੇਸ਼ ਨਾਲ ਜਾ ਕੇ ਲੜਿਆ। ਮਤਲਬ ਕਿ ਇਹਨਾਂ ਲੜਾਈ ਦੇ ਆਪਣੇ ਅਲੱਗ ਤਰੀਕੇ ਸੀ। ਇਹਨਾਂ ਦਾ ਜਨਰਲ ਮਾਨਕ ਸ਼ਾਹ ਦੀ ਕਮਾਂਡ ਸੀ, ਉਹਨਾਂ ਦੀ ਸੋਚਣੀ, ਦੋਵੇਂ ਅੰਮ੍ਰਿਤਸਰ ਦੇ ਰਹਿਣ ਵਾਲੇ ਸੀ ਜੀ। ਉਹਦੇ ਮੁਤਾਬਕ ਫਿਰ ਇਹਨਾਂ ਦਾ ਆਪੋ ਵਿੱਚ ਪਿਆਰ ਵੀ ਸੀਗਾ। ਜਦੋਂ ਬੰਗਲਾਦੇਸ਼ ਦੇ ਵਿੱਚ ਇੰਦਰਾ ਗਾਂਧੀ ਨੇ ਬੁਲਾਇਆ ਸੀ ਅਟੈਕ ਕਰਨ ਲਈ, ਤੇ ਉਹਨੇ ਮਾਨਕ ਸ਼ਾਹ ਨੇ ਰਿਫਿਊਜ਼ ਕੀਤਾ। ਉਹਨੇ ਆਖਿਆ ਮੈਂ ਅਜੇ ਨਹੀਂ ਕਰ ਸਕਦਾ, ਮੈਨੂੰ ਟਾਈਮ ਚਾਹੀਦਾ ਹੈ। ਜਿਹੜਾ ਉਸ ਚੀਜ਼ ਨੂੰ ਬੜਾ ਉਹਨੇ ਨਾ ਬੜਾ ਹੋਰ ਤਰ੍ਹਾਂ ਲਿਆ ਕਿ ਮੈਨੂੰ ਨਾ ਕਿਉਂ ਕੀਤੀ ਗਈ ਹੈ। ਫਿਰ 3 ਮਹੀਨੇ 4 ਦੇ ਬਾਅਦ ਉਹਨੇ ਸਾਰਾ ਅਰੇਂਜਮੈਂਟ ਕਰਕੇ ਫਿਰ ਜਨਰਲ ਸ਼ਾਹਬੇਗ ਨੂੰ ਮੁਕਤੀ ਗਾਂਧੀ ਦਾ ਕਮਾਂਡਰ ਬਣਾਇਆ। ਜੋ ਉਹਨਾਂ ਨੇ ਆਪਣੇ ਵਾਲ ਵੂਲ ਕਟਾ ਕੇ ਸ਼ਾਹ ਬੇਗ ਦੇ ਨਾਂ 'ਤੇ, ਬ੍ਰਿਗੇਡੀਅਰ ਸ਼ਾਹ ਬੇਗ ਦੇ ਨਾਂ 'ਤੇ ਮੁਕਤੀ ਗਾਂਧੀ ਤਿਆਰ ਕੀਤੀ। ਅਗਲੇ ਮੁਲਕ 'ਚ ਜਾ ਕੇ ਜੀ ਉੱਥੇ ਜਿੱਤ ਪ੍ਰਾਪਤ ਵੀ ਕੀਤੀ। ਕਿਉਂ? ਇਹ ਬ੍ਰਿਗੇਡੀਅਰ ਸੀਗੇ। ਜਰਨੈਲ ਜਿਹੜਾ ਸੀ ਉਹਨੇ ਆਪਣੇ ਨਾਂ ਦੇ ਜਰਨੈਲੀ ਹੁੰਦੀ ਹੈ ਕਿ ਉਹਨਾਂ ਨੇ ਤਗਮਾ ਉਹਨੇ ਸਾਰਾ ਕੁਛ ਉਹਨਾਂ ਨਾਂ ਜਾਣਾ ਸੀ ਆਪਣੇ ਜਿਹੜਾ ਕੀ ਜਰਨੈਲ ਅਰੋੜਾ ਜੀ। ਪਰ ਇਹਨਾਂ ਆਪਣਾ ਪੂਰਾ ਫਰਜ਼ ਨਿਭਾਇਆ। ਸੈਕਿੰਡ ਜਦੋਂ ਬਲੂ ਸਟਾਰ 'ਚ ਇੱਥੇ ਆਉਂਦੇ ਨੇ, ਇੱਥੇ ਵੀ ਇਹਨਾਂ ਨੂੰ ਇੱਕ ਜਰਨੈਲ ਇਹੋ ਜਿਹਾ ਮਿਲਿਆ ਜਿਹੜਾ ਭਗਤੀ ਸ਼ਕਤੀ ਦਾ ਪ੍ਰਤੀਕ ਸੀਗਾ। ਸ਼ਹੀਦ ਬਾਬਾ ਦੀਪ ਸਿੰਘ ਦੀ ਗੱਦੀ ਨੂੰ ਉਹਨਾਂ
ਲਈ ਸੀ, ਉੱਥੇ ਗੱਦੀ ਤੇ ਬੈਠੇ ਸੀਗੇ ਤੇ ਉਸੇ ਤਰ੍ਹਾਂ ਹੀ ਬਾਬਾ ਦੀਪ ਸਿੰਘ ਦੀ ਸ਼ਹੀਦੀ ਤਰ੍ਹਾਂ ਹੀ ਜਿੱਦਾਂ ਸ਼ਹੀਦ ਸੀ ਉਸੇ ਹੀ ਤਰ੍ਹਾਂ ਉਸੇ ਪੈਟਰਨ ਤੇ ਉਹ ਚੱਲੇ ਨੇ, ਸੱਚਾਈ ਤੇ ਚੱਲੇ ਨੇ ਜੀ। ਫਿਰ ਜਦੋਂ ਇਹਨਾਂ ਦਾ ਮੇਲ ਮਿਲਾਪ ਹੋਇਆ, ਇਹਨਾਂ ਬੜੇ ਮਤਲਬ ਕਿ ਸੰਤਾਂ ਲੌਂਗੋਵਾਲ ਨੂੰ ਮਿਲੇ ਆ, ਮਤਲਬ ਕਿ ਚੰਦ ਸਿੰਘ ਲੌਂਗੋਵਾਲ ਨੂੰ ਫਤਿਹ ਸਿੰਘ ਨੂੰ ਫਤਿਹ ਨੂੰ ਆਪਣੇ ਨੂੰ ਕੀ ਸੀਗਾ ਆਪਣਾ, ਹਾਂਜੀ ਨਹੀਂ ਭਾਈ ਮੀਰ ਸਿੰਘ ਵਾਲੀ ਜਿਹੜੇ ਆਪਣੇ ਟੌੜਾ ਸਾਹਿਬ ਨੂੰ ਮਿਲੇ ਆ। ਇਹਨਾਂ ਫਿਰ ਸਾਰਿਆਂ ਨੇ ਵੇਖਿਆ ਕਿ ਮੈਨੂੰ ਇੱਥੇ ਕੋਈ ਗੱਲ ਨਹੀਂ, ਕੋਈ ਬੰਦੀ ਇਹਨਾਂ 'ਚ ਕੋਈ ਦਮ ਹੈ ਨਹੀਂਗਾ। ਫਿਰ ਇਹ ਸੰਤਾਂ ਨੂੰ ਜਾ ਕੇ ਮਹਿਤੇ ਮਿਲੇ ਨੇ ਜੀ। ਫਿਰ ਉਹਨਾਂ ਵੇਖਿਆ ਵੀ ਇੱਕ ਬੰਦਾ ਗੜਸ ਵਾਲਾ ਹੈ, ਸਟੈਂਡ ਵਾਲਾ ਹੈ। ਫਿਰ ਇਹਨਾਂ ਨਾਲ ਮਿਲੇ, ਹੌਲੀ ਹੌਲੀ ਦੋਵਾਂ ਦਾ ਸੁਮੇਲ ਹੋਇਆ। ਔਰ ਫਿਰ ਇਹਨਾਂ ਦਾ ਜੇ ਕਪੂਰੀ ਮੋਰਚਾ ਫੇਲ ਹੁੰਦਾ ਵੇਖ ਕੇ ਫਿਰ ਇਹਨਾਂ ਦੇ ਗਲ ਮੜ ਦਿੱਤਾ ਗਿਆ ਜੀ। ਫਿਰ ਇਹਨਾਂ ਉਹਨਾਂ ਨੂੰ ਨੇਪਰੇ ਚਾੜਿਆ ਅਖੀਰ ਤੇ। ਫਿਰ ਇਹਨਾਂ ਵੇਖਿਆ ਵੀ ਬਾਦਲ ਨੇ, ਟੌਰੇ ਨੇ, ਸਾਰਿਆਂ ਕਿ ਸਾਨੂੰ SGPC ਤੇ ਕਬਜ਼ਾ ਹੋ ਜਾਣਾ। ਇਹਨਾਂ ਨੂੰ ਕੌਮ ਨਾਲ ਕੋਈ ਵਾਸਤਾ ਨਹੀਂ ਰਿਹਾ, ਨਾ ਉਹਨਾਂ ਨੂੰ ਪਾਣੀ ਦਾ ਕੋਈ ਵਾਸਤਾ ਸੀ ਪੰਜਾਬ ਦੇ ਪਾਣੀ ਨਾਲ, ਨਾ ਪੰਜਾਬੀ ਬੋਲਦੇ ਇਲਾਕੇ ਨਾਲ ਇਹਨਾਂ ਨੂੰ ਕੋਈ ਵਾਸਤਾ ਸੀਗਾ, ਨਾ ਇਹਨਾਂ ਨੂੰ ਬਿਜਲੀ ਨਾਲ ਕੋਈ ਵਾਸਤਾ ਸੀਗਾ। ਇਹਨਾਂ ਸਿਰਫ ਆਪਣੇ SGPC ਤੇ ਹੱਕ ਜਤਾਉਣ ਲਈ ਕਿ ਇਹਦੇ ਉੱਤੇ ਸੰਤਾਂ ਦਾ ਕਬਜ਼ਾ ਨਾ ਹੋ ਜਾਏ। ਇਹਨਾਂ ਅੰਦਰਲੇ ਖਾਤੇ ਜਾ ਕੇ ਇੰਦਰਾ ਗਾਂਧੀ ਨਾਲ ਸਾਰੀ ਗੱਲਬਾਤ ਗਣ ਤੋਪ ਕਰਕੇ ਤੇ ਬਲੂ ਸਟਾਰ ਦਾ ਸਾਰਾ ਪ੍ਰੋਗਰਾਮ ਇਹਨਾਂ ਨੇ ਕਰਵਾਇਆ ਹੈ ਜੀ। ਦਰਬਾਰ ਸਾਹਿਬ ਦੇ ਹਮਲਾ ਕਰਵਾਉਣ ਵਾਲੇ ਇਹ ਲੋਕ ਨੇ, ਅੱਗੋਂ ਝੱਲਣ ਵਾਲੇ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਤੇ ਜਰਨਲ ਸ਼ਵੇਕ ਸਿੰਘ ਸੀ ਜੀ। ਉਹਦੇ ਵਿੱਚ ਇਹਨਾਂ ਨੇ ਪੂਰਾ ਇੱਕ ਦੂਸਰੇ ਸੋਚ ਸਮਝ ਮੁਤਾਬਕ, ਕਿਉਂ ਅਸੀਂ ਤੇ ਆਪਣੇ ਲਈ ਤੇ ਲੜੇ ਨਹੀਂ, ਅਸੀਂ ਤੇ ਕੌਮ ਲਈ ਲੜਨ ਡਏ। ਪਾਣੀ ਕੌਮ ਦਾ ਮਸਲਾ, ਪੰਜਾਬੀ ਬੋਲਦੇ ਮਸਲੇ ਕੌਮ ਦੇ ਨੇ, ਸਾਡਾ ਕੋਈ ਇਹ ਨਹੀਂ, ਠੀਕ ਹੈ ਨਾ। ਪਾਣੀ ਦਾ ਹੈ, ਬਿਜਲੀ ਦਾ, ਇਹ 'ਚ ਨਾ ਕੋਈ ਸੰਤਾਂ ਦਾ ਲੈਣ ਦੇਣ ਸੀ ਨਾ ਇਹਨਾਂ ਦਾ ਹੈ। ਪਰ ਇਸ ਰਾਜਨੀਤੀ ਨੇ ਤੁਹਾਨੂੰ ਇੱਥੋਂ ਤੱਕ ਪਹੁੰਚਾ ਦਿੱਤਾ ਸੀ ਕਿ ਸਾਡੇ SGPC ਤੇ ਕਬਜ਼ਾ ਨਾ ਹੋ ਜਾਏ। ਉਸ ਕਰਕੇ ਉਹਨੇ ਬਲੂ ਸਟਾਰ ਦਾ ਉੱਥੇ ਸਭ ਕੁਛ ਬਣਾ ਲਿਆ। ਇਹਨਾਂ ਨੂੰ ਉਹਨੂੰ ਫੇਸ ਕੀਤਾ। ਫੇਸ ਕਰਨ 'ਚ ਜੋ ਵੀ ਆਖਿਆ, ਫਿਰ ਮਾਤਾ ਜੀ ਨਾਲ ਸੀ ਸਾਰੇ, ਇਹਨਾਂ ਨੇ ਆਪਣੇ ਹਿਸਾਬ ਨਾਲ ਕਿਲਾਬੰਦੀ ਕੀਤੀ, ਜੋ ਵੀ ਕੀਤਾ ਜਿੱਦਾਂ ਇਹਨਾਂ ਨੂੰ ਐਕਸਪੀਰੀਅੰਸ ਸੀਗਾ ਲੜਾਈ ਲੜਨ ਦਾ। ਆਪਣਾ ਜਿਹੜੀ ਠੰਡੀ ਲੜਾਈ ਕਹਿ ਲਓ ਜਾਂ ਕੁਛ ਕਹਿ ਲਓ ਕਿ ਜੇ ਮਤਲਬ ਕਿ ਜਿਹੜੇ ਆਮ ਹੁੰਦੇ ਆ ਵੀ ਜਿੱਦਾਂ ਦੂਸਰੇ ਮੁਲਕ ਜਾ ਕੇ ਇਹਨਾਂ ਲੜਾਈ ਲੜੀ ਆ, ਉਹਦੇ ਹਿਸਾਬ ਨਾਲ ਇਹਨਾਂ ਆਪਣੇ ਇੱਥੇ ਬੰਦਿਆਂ ਕੋਲ ਕੁਛ ਬੰਦਿਆਂ ਨਾਲ ਲੜ ਕੇ, ਜਿਹੜੇ ਜਿੱਦਾਂ ਬਾਬਾ ਦੀਪ ਸਿੰਘ ਨੇ ਆਖਿਆ ਲੀ ਖਿੱਚ ਕੇ ਆਖਿਆ ਜਿੰਨੇ ਆਉਣਾ ਆ ਜਾਓ, ਜਿਹਨੇ ਚੱਲ ਜਾਣਾ ਚੱਲ ਜਾਓ। ਸੰਤਾਂ ਨੇ ਉਸੇ ਮੁਤਾਬਕ ਉੱਦਾਂ ਹੀ ਡਿਸੀਜ਼ਨ ਲਿਆ ਕਿ ਜਿਹਨੇ ਲੜਨਾ ਮਰਨਾ ਉਹ ਇੱਥੇ ਰਹੇ, ਬਾਕੀ ਦੇ ਚਲੇ ਜਾਓ ਜੀ। ਅਕਾਲ ਤਖਤ ਸਾਹਿਬ ਤੋਂ ਫਿਰ ਉਸੇ ਤਰ੍ਹਾਂ ਹੀ ਹੋਇਆ, ਲੜਾਈ ਵੀ ਲੜੀ ਹੈ ਔਰ ਜਿੱਤੀ ਵੀ ਇੱਕ ਹਿਸਾਬ ਦੀ ਜਿੱਤੀ ਆ। ਮਤਲਬ ਕਿ ਅੱਜ ਤੱਕ ਜੇ ਆਖੀ ਉਹਦਾ ਨਾ ਖਾਨਾ ਪੂਰਤੀ ਨਹੀਂ ਹੋ ਸਕਦੀ, ਜੋ ਨੁਕਸਾਨ ਹਿੰਦੁਸਤਾਨ ਗੌਰਮੈਂਟ ਦਾ ਹੋਇਆ ਅੱਜ ਤੱਕ ਉਹ ਪੂਰਾ ਨਹੀਂ ਕਰ ਸਕਦੇ। ਬਿਲਕੁਲ ਜਿਹੜੀ ਗੱਲ ਅਕਾਲ ਤਖਤ ਸਾਹਿਬ ਤੋਂ ਜਿਸ ਤਰ੍ਹਾਂ ਸਿੰਘ ਲੜੇ ਆ, ਜਿਨ੍ਹਾਂ ਦੇ ਵਿੱਚ ਬੱਬਰ ਖਾਲਸਾ ਦੇ ਯੋਧੇ ਸੀ, ਦਮਦਮੀ ਟਕਸਾਲ ਦੇ ਸੀ, ਅਖੰਡ ਕੀਰਤਨੀ ਜਥੇ ਦੇ ਸੀ, ਔਰ ਸਮੁੱਚੀਆਂ ਉਹ ਸੰਗਤਾਂ ਜਿਹੜੀਆਂ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਗਈਆਂ ਸੀ, ਸਾਰੇ ਹੀ ਜਿਹੜੇ ਆ ਉਹ ਜੁਝਾਰੂ ਆ ਤੇ ਸਤਿਕਾਰਯੋਗ ਆ। ਸੰਤ ਜਰਨੈਲ ਸਿੰਘ ਜੀ ਦਾ ਜਿਹੜਾ ਵਾਰ-ਵਾਰ ਸੀ ਨਾਮ ਲੈਣੇ, ਜਦੋਂ ਨਾਮ ਲੈਂਦੇ ਆ ਤੇ ਲੂੰ ਕੰਡੇ ਖੜੇ ਹੋ ਜਾਂਦੇ ਆ, ਕਿਉਂਕਿ ਇੱਕ ਐਸਾ ਜਰਨੈਲ ਹੋਇਆ ਜਿਹਦਾ ਨਾਮ ਹੀ ਅਸੀਂ ਕਈ ਸਦੀਆਂ ਤੱਕ ਸ਼ਾਇਦ ਲੈ ਸਕਦੇ ਹਾਂ ਵੀ ਸਾਡਾ ਯੋਧਾ ਸੀ। ਗੱਲ ਅਸੀਂ ਕੀਤੀ ਸੀ ਵੀ ਸ਼ੁਰੂਆਤ ਦੇ ਵਿੱਚ ਵੀ ਜਰਨਲ ਸਾਹਿਬ ਨੂੰ ਭਾਰਤੀ ਫੌਜ, ਕਿਉਂਕਿ ਅਸੀਂ ਮਗਰ ਫੋਟੋ ਲਾਈ ਹੈ ਜਿਹਦੇ ਵਿੱਚ ਜਰਨਲ ਸਾਹਿਬ ਦੀ ਉਹ ਤਸਵੀਰ ਹੈ ਜਿਹੜੀ ਕਿ ਭਾਰਤੀ ਫੌਜ ਦੀ ਵਰਦੀ ਪਹਿਨੀ ਹੋਈ ਹੈ, ਤੇ ਭਾਰਤੀ ਫੌਜ ਵਾਸਤੇ ਉਹਨਾਂ ਨੇ ਬੜਾ ਕੁਝ ਕੀਤਾ। ਭਾਰਤ ਦੇਸ਼ ਵਾਸਤੇ ਕਹਿ ਲਓ 71 ਦੀ ਜੰਗ ਦੇ ਵਿੱਚ ਬੇਸ਼ੱਕ ਜਨਰਲ ਜਗਜੀਤ ਸਿੰਘ ਅਰੋੜਾ ਦਾ ਅਸੀਂ ਨਾਮ ਜਾਣਦੇ, ਪਰ ਉਹ ਜਰਨਲ ਸੀ ਤਾਂ ਉਹਨਾਂ ਦਾ ਨਾਮ ਆਉਂਦਾ, ਪਰ ਪੂਰੀ ਦੀ ਪੂਰੀ ਜਿਹੜੀ ਇੱਕ ਵੱਡੀ ਜਿਹੜੀ ਕਮਾਂਡ ਸੀ ਇਹਨਾਂ ਦੇ ਹੱਥ ਸੀ। ਇਹਨਾਂ ਨੇ ਜਿਹੜੀ ਬੜੀ ਪਲੈਨਿੰਗ ਦੇ ਨਾਲ ਉਹ ਜਿਹੜਾ ਕਿ ਫੌਜ ਦੇ ਹਥਿਆਰ ਛਟਾਏ। ਮੁਕਤੀਵਾਦੀ ਦਾ ਕਮਾਂਡਰ ਇਹੀ ਸੀਗਾ। ਮੁਕਤੀਵਾਦੀ ਇਹਨਾਂ ਨੇ ਤਿਆਰ ਕੀਤੀ ਆ, ਬੱਚਿਆਂ ਨੂੰ ਨਾਲ ਲੈ ਕੇ, ਫੋਟੋਆਂ ਹੈਗੀਆਂ ਨੇ। ਉਧਰ ਦੇ ਸ਼ੇਖ ਮੁਜੀਬੁਰ ਰਹਿਮਾਨ ਹੈ, ਉਹਨਾਂ ਨਾਲ ਵੀ ਸਾਰਾ ਗੱਲ ਹੋਈ। ਅਖਬਾਰਾਂ ਨੇ ਬੜਾ ਸੋਹਣਾ ਇਹਨਾਂ ਦਾ ਲਿਖਿਆ ਆ ਜੀ, ਪਰ ਉਹ ਹਾਈਲਾਈਟ ਨਹੀਂ ਕਰਦੇ, ਗੌਰਮੈਂਟਾਂ ਨਹੀਂ ਕਰਦੀਆਂ, ਕੋਈ ਗੱਲ ਨਹੀਂ। ਬਾਕੀ ਸਾਨੂੰ ਤੇ ਇਹ ਚੰਗੇ ਦੋਵਾਂ ਜਰਨੈਲਾਂ ਦਾ ਬਹੁਤ ਸੋਹਣੇ ਵਕਤ ਤੇ ਮੇਲ ਹੋਇਆ। ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਜਾਂਦੇ ਜਾਂਦੇ, ਕਿਉਂਕਿ ਬੇਸ਼ੱਕ ਨਹੀਂ ਸੀ ਜੀ ਕਰਦਾ ਇਹ ਗੱਲ ਕਰੀਏ, ਬਹੁਤ ਸਾਰੇ ਅਜਿਹੇ ਲੋਕ ਵੀ ਆ ਜਿਨ੍ਹਾਂ ਦਾ ਸ਼ਹੀਦੀ ਪਰਿਵਾਰਾਂ ਦੇ ਨਾਲ ਸ਼ਾਇਦ ਥੋੜ੍ਹਾ ਬਹੁਤਾ ਸੰਬੰਧ ਹੋਵੇ, ਜਾਂ ਕਿਉਂਕਿ ਸਾਰੇ ਜਿਹੜੇ ਖਾੜਕੂ ਸਿੱਖ ਸੰਘਰਸ਼ ਦੇ ਪਰਿਵਾਰ ਇਸ ਟਾਈਮ ਮੌਜਾਂ ਨਹੀਂ ਕਰਦੇ ਪਏ। ਬਹੁਤ ਅਜੇ ਵੀ ਜਿਨ੍ਹਾਂ ਦੇ ਕੋਠੇ ਵੀ ਕੱਚੇ ਵਿਚਾਰਿਆਂ ਦੇ, ਪਰ ਕਈ ਬਹੁਤ ਆ ਜਿਹੜੇ ਉਹ ਕੇਵਲ ਗੱਲਾਂ ਮਾਰ ਕੇ ਹੀ ਜਿਹੜੇ ਬੜਾ ਸੋਹਣਾ ਜ਼ਿੰਦਗੀ ਬਤੀਤ ਕਰ ਰਹੇ। ਖੈਰ ਠੀਕ ਹੈ, ਸੁੱਖ ਸਹੂਲਤਾਂ ਹੋਣੀਆਂ ਚਾਹੀਦੀਆਂ ਨੇ, ਜਿਨ੍ਹਾਂ ਨੇ ਕੌਮ ਵਾਸਤੇ ਕੁਰਬਾਨੀ ਕੀਤੀ ਬਹੁਤ ਹੋਣੇ ਚਾਹੀਦੇ, ਪਰ ਬਰਾਬਰ ਤਾਂ ਸਭ ਨੂੰ ਹੋਣੀ ਚਾਹੀਦੀ ਥੋੜ੍ਹੀ ਥੋੜ੍ਹੀ। ਉਹਦੇ ਬਾਰੇ ਤੁਸੀਂ ਕੀ ਕਹੋਗੇ? ਚਲੋ ਸੰਗਤ ਨੇ ਉਹਨਾਂ ਦੀ ਮਦਦ ਕੀਤੀ ਹੈ ਜਾਂ ਕਿਸ ਤਰ੍ਹਾਂ ਵੀ ਆ, ਕਰਦੀਆਂ ਵੀ ਆ, ਕਰਨੀ ਚਾਹੀਦੀ ਹੋ ਗਈ ਆ। ਬਹੁਤ ਸੋਹਣਾ ਰਹਿਣ ਸਹਿਣ ਉਹਨਾਂ ਦਾ ਬਣ ਗਿਆ ਜੀ, ਠੀਕ ਹੈ ਨੀ। ਕਈਆਂ ਜਗ੍ਹਾ 'ਤੇ ਭਾਈ ਅਮਰੀਕ ਸਿੰਘ ਆ, ਬੜਾ ਅਸੀਂ ਉਹਦੇ ਪੈਰ ਤੋਂ ਹੱਥ ਲਾ ਕੇ ਨਾ ਕਰੀਏ ਨਾ ਮਾਫੀ ਮੰਗੀ, ਤੇ ਅਸੀਂ ਉਹਦੀ ਰੀਸ ਨਹੀਂ ਕਰ ਸਕਦੇ ਜਿੰਨੀ ਉਹ ਕੁਰਬਾਨੀ ਛੋਟੀ ਉਮਰ 'ਚ ਕਰਕੇ ਗਿਆ। ਤੇ
ਠੰਡੇ ਸੁਭਾਅ ਨਾਲ ਰਹਿਣ ਸਹਿਣ ਵਾਲਾ ਬੰਦਾ, ਉਹਦੇ ਪਰਿਵਾਰ ਤੇ ਵੀ ਕਿੰਤੂ ਪਰੰਤੂ ਹੁੰਦੀ ਹੈ। ਜਦੋਂ ਬਾਹਰ 'ਚ ਬਹਿਦਾ ਨਾ ਤੇ ਫਿਰ ਮਨ ਨੂੰ ਦੁੱਖ ਹੁੰਦਾ, ਯਾਰ ਇੱਕ ਆਦਮੀ ਇਹੋ ਜਿਹਾ ਸ਼ਹੀਦੀ ਪਾ ਕੇ ਗਿਆ ਹੋਵੇ ਤੇ ਉਹਦੇ ਪਰਿਵਾਰ ਨਾਲ ਪਿੱਛੇ ਆ ਕੁਝ ਹੋਣ ਡਿਆ ਹੋਵੇ। ਬਾਕੀ ਜਿਹੜੇ ਰੱਬ ਦੇ ਆਸਰੇ ਦੇ ਗੁਰੂ ਰਾਮਦਾਸ ਦੀ ਕਿਰਪਾ ਹੈ, ਉਹ ਕਿਸੇ ਕੋਲੋਂ ਮੰਗਾ ਨਹੀਂ ਮੰਗਦੇ ਨੇ ਕਰਦੇ, ਕੌਮਾਂ ਆਪੇ ਭੁੱਖ ਕੱਢ ਦਿੰਦੀਆਂ ਜੀ, ਕਿਸੇ ਨੂੰ ਉਹ ਜਿਹਾ ਰਹਿ ਨਹੀਂ ਦਿੰਦੀਆਂ। ਕੋਈ ਇਹ ਨਹੀਂ ਹੁੰਦਾ ਕਿ ਕੋਈ ਉਸ ਤਰ੍ਹਾਂ ਦਾ ਬਹੁਤ ਰਵੇ। ਤੇ ਜਿਹੜੇ ਜੋ ਆਪਣੇ ਭੁੱਖ ਕੱਢਣ ਲਈ ਆਪਣੇ ਮਿਨਿਸਟਰਾਂ ਪਿੱਛੇ ਲੱਗੀ ਜਾਣਾ, ਪੈਰ ਚੁੰਮੀ ਜਾਣੇ ਜਾਂ ਆਹ ਕਰੀ ਜਾਣਾ, ਕਦੀ ਉਧਰ ਭੱਜ ਕੇ ਜਾ ਉਧਰ ਜਾ, ਉਹ ਭਾਜੀ ਕੋਈ ਗੱਲ ਨਹੀਂ, ਜਿੱਥੇ ਸਾਹਿਬ ਨੇ ਰੱਖਣਾ ਉੱਥੇ ਰਹਿਣਾ, ਮਹਾਰਾਜ ਤੇ ਭਰੋਸਾ ਰੱਖਣਾ ਚਾਹੀਦਾ ਜੀ। ਉਹਦਾ ਨਾਮ ਸਿਮਰਨ ਕਰੋ, ਉਹ ਤੇ ਰਹੋ, ਰੱਬ ਸਭ ਕੁਝ ਤੁਹਾਨੂੰ ਦਿੰਦਾ। ਉਹ ਜਿਹੜੇ ਨਹੀਂ ਰਹੇ ਉਹ ਧੱਕੇ ਖਾਣ ਡਏ ਨੇ, ਪੈਸੇ ਤਾਂ ਜ਼ਰੂਰ ਕਮਾ ਲਿਆ ਉਹਨਾਂ ਨੇ ਜੀ ਜੀ ਜੀ, ਪਰ ਉਹਨਾਂ ਦੀ ਸਰਕਾਰ ਉਹਨੇ ਸਿੱਖਾਂ 'ਚ ਪੰਜਾਬ 'ਚ ਉਹਨਾਂ ਦੀ ਇੱਜ਼ਤ ਨਹੀਂ ਗਈ ਹੈਗੀ। ਜੋ ਮਰਜ਼ੀ ਆਪਣੇ ਆਪ ਨੂੰ ਅੰਦਰ ਬੈਠੇ ਕਈ ਜਾਣ ਕੇ ਸਾਡਾ ਮੈਂ ਉਹਦਾ ਭਰਾ ਆ ਜਾਂ ਮੈਂ ਉਹਦਾ ਆ, ਉਹਨਾਂ ਦੀ ਇੱਜ਼ਤ ਸਰਕਾਰ ਆਮ ਲੋਕ ਨਹੀਂ ਕਰਦੇ ਜੀ। ਬਿਲਕੁਲ, ਇਹ ਬਾਕੀ ਪਰਮਾਤਮਾ ਦੇ ਹੋ ਕੇ ਰਹੋ, ਉਹ ਤੁਹਾਡਾ ਹੋ ਕੇ ਰਹਿੰਦਾ। ਜੇ ਸ਼ਹੀਦੀ ਪਾ ਗਏ ਨੇ ਉਹ ਸਦਾ ਅਮਰ ਨੇ ਔਰ ਹਿਸਟਰੀ 'ਚ ਨਾ ਆ। ਬਿਲਕੁਲ, ਹੁਣ ਅਸੀਂ ਕੀ ਆ, ਸਾਡੇ ਬਾਰੇ ਪਿੰਡਾਂ 'ਚ ਪਤਾ ਹੋਊਗੀ ਇਹ ਬੈਂਤ ਇੱਦਾਂ ਦਾ ਹੀ, ਉਹ ਇੱਦਾਂ ਹੈ। ਸਿਰਫ ਸ਼ਹੀਦੀ ਕਰਕੇ ਸਾਡੇ ਸਾਰੇ ਜਿਹੜੇ ਪਰਦੇ ਪੈ ਗਏ, ਢੱਕੇ ਗਏ। ਬਿਲਕੁਲ, ਸ਼ਹੀਦ ਇੱਕ ਕੌਮ ਦਾ ਸ਼ਹੀਦ ਹੋਣ ਕਰਕੇ ਉਹਦਾ ਸਾਰਾ ਪਰਿਵਾਰ, ਉਹਦਾ ਪਿੰਡ, ਭਾਈਚਾਰਾ ਸਾਰਾ ਜਿਹੜਾ ਉਹ ਸਾਰਾ ਇਤਮਾਨ ਸਨਮਾਨ ਹੈ। ਅੱਜ ਜੇ ਮੇਰੀ ਇੱਜ਼ਤ ਆ ਸਰਕਾਰੇ ਦਰਬਾਰੇ ਤੇ ਜਾਈਦਾ ਨਹੀਂ ਗਾ। ਜੇ ਬਾਹਰ ਕਿਤੇ ਦੇਸ਼ ਵਿਦੇਸ਼ ਜਾਈਏ ਤੇ ਜਿੱਥੇ ਜਾਈਏ ਮੇਰੀ ਇੱਜ਼ਤ ਸਿਰਫ ਭਾਜੀ ਕਰਕੇ ਆ, ਮੇਰੀ ਆਪਣੀ ਕੋਈ ਕਰਤੂਤ ਨਹੀਂ ਜੀ। ਬਿਲਕੁਲ, ਸਿਰਫ ਮੈਂ ਉਹਦਾ ਭਰਾ ਆ ਜੀ। ਬਿਲਕੁਲ, ਉਹਦਾ ਹਾਂ ਇੰਨਾ ਜ਼ਰੂਰ ਆ ਕਿ ਅਸੀਂ ਉਹਦੀ ਸਿੱਖੀ ਨੂੰ ਰੋਲਿਆ, ਉਹਦੀ ਸ਼ਹਾਦਤ ਨੂੰ ਰੋਲਿਆ ਨਹੀਂ। ਇਹ ਮੈਂ ਮਾਣ ਨਾਲ ਕਹਿ ਸਕਦਾ ਕਿ ਸਾਡੇ 'ਚ ਦੇਸ਼ ਵਿਦੇਸ਼ਾਂ 'ਚ ਕੋਈ ਵੀ ਉਂਗਲ ਨਹੀਂ ਚੁੱਕ ਕੇ ਕਹਿ ਸਕਦਾ ਵੀ ਉਹਦੇ ਭਰਾ ਨੇ ਜਾਂ ਉਹ ਪਰਿਵਾਰ ਨੇ ਆਹ ਕੁਛ ਕੀਤਾ ਹੈ। ਬਿਲਕੁਲ ਬਿਲਕੁਲ, ਜੇ ਸਾਡੇ ਕੋਲ ਹੈਗਾ ਅਸੀਂ ਆਪਣਾ ਖਾਧਾ ਪੀਤਾ, ਆਪਣਾ ਬੱਚੇ ਪਾਲੇ ਕੀਤੇ। ਕਿਸੇ ਵਾਲੇ ਅਸੀਂ 30-32 ਸਾਲ ਔਖੇ ਕੱਢੇ ਨੇ, ਪਰ ਉਹ ਕਾਹਦੇ ਔਖੇ ਕੱਢੇ? ਸਾਹਿਬ ਸਾਡੇ ਦਾ ਅੰਗ ਸੰਗ ਸੀਗਾ, ਅੱਜ ਵੀ ਆ। ਸਾਨੂੰ ਸਭ ਨੇ, ਰੱਬ ਨੇ ਸਾਡੀਆਂ ਸਾਰੀਆਂ ਭੁੱਖਾਂ ਕੱਢੀਆਂ ਹੋਈਆਂ। ਮੈਂ ਕਹੂੰਗਾ ਪਰਮਾਤਮਾ ਤੇ ਸਿੱਖੀ ਨੂੰ ਭਰੋਸਾ ਰੱਖਣਾ, ਸਿੱਖ ਸਿੱਧਗੀ ਤੇ ਭਰੋਸਾ ਰੱਖਣਾ ਚਾਹੀਦਾ ਹੈ। ਸਿੱਖ ਨੂੰ ਮਹਾਰਾਜ ਡੋਲਣ ਨਹੀਂ ਦਿੰਦਾ, ਥੋੜ੍ਹਾ ਜਿਹਾ ਵੀ ਆਪਣਾ ਰੱਖੇ ਨਾ ਤੇ ਸਿੱਖ ਡੋਲਦਾ ਨਹੀਂ ਗਾ। ਸਿੱਖ ਦੇ ਉਹ ਅੰਗ ਸੰਗ ਆ, ਮਹਾਰਾਜ ਹਮੇਸ਼ਾ ਅੰਗ ਸੰਗ ਰਹਿੰਦਾ। ਉਹ 'ਤੇ ਭਰੋਸਾ ਰੱਖੋ, ਕੋਈ ਇਹੋ ਜਿਹੀ ਗੱਲਬਾਤ ਨਹੀਂ ਆਉਂਦੀਆਂ। ਹੁਣ ਵੇਖੋ ਜਦ ਦਾ ਲਵਾਰਾ ਅੰਦਰ ਆ, ਚੜ੍ਹਦੀ ਕਲਾ 'ਚ ਜੀ। ਬਿਲਕੁਲ, ਹਾਲਾਂਕਿ ਨਜਾਇਜ਼ ਆ। ਇਹ ਕੰਮ ਗੌਰਮੈਂਟ ਦਾ ਆ, ਇਹ ਜਿਹੜੇ ਸਾਡੇ ਮਿਨਿਸਟਰ ਉਹਨਾਂ ਦਾ ਕੰਮ ਹੈ ਉਹਨਾਂ ਨੂੰ ਛਡਾਉਣਾ, ਸਾਡਾ ਕੰਮ ਨਹੀਂ ਗਾ। ਉਹ ਤੇ ਕਰ ਗਏ ਨੇ, ਇੱਕ 26 ਸਾਲ ਪਹਿਲਾਂ ਭੁਗਤ ਕੇ ਆ ਗਿਆ ਐਕਸਪਾਇਰ। ਇਹ ਕਰਕੇ ਇਹ ਹਿਸਟਰੀਆਂ ਬਣ ਜਾਣੀਆਂ ਔਰ ਇਹਨਾਂ ਦੇ ਕਾਲਖ ਨਾਲ ਇਹਨਾਂ ਦੇ ਭਿਉਂ ਹੋ ਗਏ, ਮੂੰਹ ਦੇ ਛਿੱਤਰ ਵੱਜਣ ਡਏ ਨੇ। ਬਿਲਕੁਲ ਬਿਲਕੁਲ, ਸਿਰਫ ਰਾਜ ਭਾਗ ਹੀ ਭੋਗਣ ਡਏ ਨੇ ਨਾ ਜੀ। ਬਿਲਕੁਲ, ਇਹ ਤੋਂ ਸਵਾਹ ਜੇ ਕੋਈ ਆਖੇ ਇੱਜ਼ਤ ਆ ਪਬਲਿਕ ਦੇ ਵਿੱਚ, ਸਿੱਖ ਦੇ ਵਿੱਚ ਇੱਜ਼ਤ ਨਹੀਂ। ਜਿਹੜਾ ਸਾਡਾ ਪਰਿਵਾਰ ਆ, ਅਸੀਂ ਬਿਲੋਂਗ ਕਰਦੇ ਆ ਆਪਣਾ ਮੱਛਰ ਰੰਗਰਾਜ ਨੇ ਸਿਰ ਲਾਇਆ ਸੀ ਸੁੱਖਾ ਸਿੰਘ ਬਾਬਾ ਮਹਿਤਾਬ ਸਿੰਘ ਸੁੱਖਾ ਸਿੰਘ ਜੀ, ਠੀਕ ਹੈ ਨਾ। ਅਸੀਂ ਬਾਬਾ ਮਹਿਤਾਬ ਸਿੰਘ ਦੀ ਕੋਲਚਾਂ ਅਸੀਂ ਭੰਗੂ ਪਰਿਵਾਰ ਆ, ਠੀਕ ਹੈ ਜੀ। ਅਤੇ ਇਸ ਕਰਕੇ ਸਾਡੇ 'ਤੇ ਉਹਨਾਂ ਦੀ ਵੀ ਕਿਰਪਾ ਹੈਗੀ ਆ ਜੀ। ਅਤੇ ਮਹਾਰਾਜ ਅਸੀਂ ਹੱਥ ਜੋੜ ਕੇ ਸਾਰੇ ਸੰਗਤ ਅੱਗੇ ਸਾਰਿਆਂ ਅੱਗੇ ਬੇਨਤੀ ਕਰਦੇ ਹਾਂ, ਸਾਡੇ 'ਤੇ ਕਿਰਪਾ ਬਣੀ ਰਹੇ, ਅਸੀਂ ਵੀ ਡੁੱਲ੍ਹੀਏ ਨਾ ਜੀ। ਬਿਲਕੁਲ, ਗੁਰੂ ਸਾਹਿਬ ਕਿਰਪਾ ਹੀ ਰੱਖਣਗੇ ਜੀ। ਬਿਲਕੁਲ, ਇਹ ਸਨ ਜੀ ਭਾਈ ਬੇਅੰਤ ਸਿੰਘ ਜੀ ਖਿਆਲਾ, ਜਿਹੜੇ ਕਿ ਛੋਟੇ ਭਾਈ ਨੇ ਜਨਰਲ ਸ਼ਾਬੇਗ ਸਿੰਘ ਜੀ, ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਜੀ ਦੇ ਨਾਲ ਜੂਨ 1984 ਘੱਲੂਘਾਰੇ ਦੀ ਜਿਹੜੀ ਜੰਗ ਸੀ ਜਾਂ ਜਿਹੜੀ ਸ਼ਹੀਦੀ ਲੜਾਈ ਸੀ, ਉਹਦੇ ਵਿੱਚ ਬੜਾ ਕਮਾਲ ਦਾ ਜਿਹੜਾ ਅਹਿਮ ਰੋਲ ਅਦਾ ਕੀਤਾ। ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਤੇ ਅਨੇਕਾਂ ਜਿਹੜੇ ਜੂਝਣ ਵਾਲੇ ਯੋਧੇ ਆ, ਉਹਨਾਂ ਦੀ ਜਿਹੜੀ ਪੈਰਵਾਈ ਜਿਹੜੀ ਹੈ, ਸਭ ਤੋਂ ਵੱਧ ਜਿਹੜਾ ਉੱਥੇ ਮੋਰਚਾਬੰਦੀ ਕੀਤੀ ਗਈ ਹੈ, ਜਿੰਨੀ ਵੀ ਪਲੈਨਿੰਗ ਕੀਤੀ ਗਈ ਸਾਰੀ ਦੀ ਸਾਰੀ ਜਿਹੜੀ ਉਹ ਜਨਰਲ ਸ਼ਾਬੇਗ ਸਿੰਘ ਨੇ ਕੀਤੀ ਹੈ ਔਰ ਕਮਾਲ ਦੀ ਮੋਰਚਾਬੰਦੀ ਕੀਤੀ ਹੈ। ਭਾਰਤੀ ਸਰਕਾਰ ਦੀਆਂ ਜਿਹੜੀਆਂ ਕਿ ਉੱਥੇ ਕੁਛ ਸ਼ਬਦ ਨਹੀਂ ਰਹਿ ਜਾਂਦੇ। ਭਾਰਤੀ ਸਰਕਾਰ ਜਿਹੜੇ ਭਾਰਤੀ ਫੌਜ ਦੇ ਆਗੂ ਕਹਿੰਦੇ ਸੀ ਵੀ ਅੱਧੇ ਘੰਟੇ 'ਚ ਅਸੀਂ ਸੰਤ ਜਰਨੈਲ ਸਿੰਘ ਨੂੰ ਬਾਹਰ ਲਿਆਉਣਾ, ਉਹਨਾਂ ਨੂੰ 6 ਦਿਨ ਲੱਗ ਗਏ। ਅਤੇ ਉਹ ਵੀ ਸ਼ਾਇਦ ਮੈਨੂੰ ਲੱਗਦਾ ਵੀ ਸੰਤ ਜਰਨੈਲ ਸਿੰਘ ਉਹਨਾਂ ਦੀ ਆਪਣੀ ਮਰਜ਼ੀ ਹੋਣੀ ਆ, ਜਿਹੜੇ ਉਹ ਤਖਤ ਸਾਹਿਬ ਤੋਂ ਬਾਹਰ ਆ ਕੇ ਜਕਾਰੇ ਛੱਡ ਕੇ ਸ਼ਹੀਦੀ ਪ੍ਰਾਪਤ ਕੀਤੀ ਨਹੀਂ। ਤੇ ਹੋਰ ਕਰਨੀ ਚਾਹੁੰਦਾ ਜੀ, ਵੇਖੋ ਜਨਰਲ ਸ਼ਾਬੇਗ ਸਿੰਘ ਤੋਂ ਤਾਂ ਦੀ ਕੁਰਬਾਨੀ ਹੈ ਸਤਵੰਤ ਸਿੰਘ ਦੀ ਤੇ ਬੇਅੰਤ ਸਿੰਘ ਦੀ ਜੀ। ਸੌਰੀ ਮੈਂ ਇੱਥੇ ਗਲਤ ਨਾ ਹੋਵਾਂ, ਕਿਉਂਕਿ ਲੜਾਈ 'ਚ ਲੜ ਕੇ ਸ਼ਹੀਦ ਹੋਣਾ ਹੋਰ ਗੱਲ ਆ ਜੀ। ਜਦੋਂ ਗਿਣ ਮਿਥ ਕੇ ਪਤਾ ਮੈਨੂੰ ਇੰਨੇ ਦਿਨ ਰਹਿ ਗਏ, ਫਾਂਸੀ ਹੋਣੀ ਆ, ਆਹ ਹੋਣੀ ਆ, ਅਤੇ ਆਹ ਕੁਛ ਮੈਂ ਕਰਨਾ ਕਰਕੇ ਜਾ ਕੇ ਫਿਰ ਮੁੱਕਰੇ ਨਹੀਂ ਗਏ। ਬਿਲਕੁਲ, ਇਹਨਾਂ ਭਗਤ ਸਿੰਘ ਦੀ ਜਿਹੜੀ ਜੋਤ ਜਗਦੀ ਹੈ ਸ਼ਹੀਦੀ ਦੀ, ਉਹਨਾਂ ਨੂੰ ਹੋਰ ਤੇਲ ਪਾ ਕੇ, ਘਿਓ ਪਾ ਕੇ ਹੋਰ ਉਹਨੂੰ ਰੋਸ਼ਨ ਕੀਤਾ।
ਇਹੋ ਹੀ ਜਿਹੜੀਆਂ ਕੁਰਬਾਨੀਆਂ ਸਾਡੇ ਗਾਂ ਬੱਚਿਆਂ ਨੂੰ ਨਸੀਹਤ ਦਿੰਦੀਆਂ ਤੇ ਅਸੀਂ ਇਹਨਾਂ ਕੰਮਾਂ ਲਈ ਤਿਆਰ ਰਹਿੰਦੇ ਹਾਂ। ਸਾਡੇ ਗਾਂ ਪਰਿਵਾਰ ਤਿਆਰ ਰਹਿੰਦੇ ਨੇ, ਬੱਚੇ ਤਿਆਰ ਰਹਿੰਦੇ, ਚਾਹੇ ਮੁੰਨੇ ਹੋਣ, ਸਿਰ ਮੁੰਨੇ ਹੋਣ, ਚਾਹੇ ਕੁਛ ਹੋਣ। ਜੀ ਗਾਤਰੇ ਵਾਲਿਆਂ ਨੇ ਇਹ ਕੰਮ ਨਹੀਂ ਕੀਤਾ, ਸਾਰਿਆਂ ਨੇ ਰਗੜ ਸਿੱਖ ਹੋ ਕੇ ਫੇਰ ਹੀ ਇਹ ਕੰਮ ਕੀਤੇ ਨੇ ਤੇ ਸਾਨੂੰ ਉਹਨਾਂ ਤੇ ਵੀ ਮਾਣ ਆ। ਸਤਵੰਤ ਬਿਆਨ ਤੇ ਮਾਣ ਆ, ਜਿੰਦੇ ਸੁੱਖੇ ਦੇ ਮਾਣ ਆ ਜੀ। ਇਹ ਕੋਈ ਨਿੱਕੇ ਜਿਹੇ ਨਹੀਂ ਕਿ ਮਾਵਾਂ ਨੂੰ ਆਖਣ ਜੀ ਅਸੀਂ ਮਰ ਗਏ ਤੇ ਸਾਡੇ ਡੈੱਡ ਬੋਡੀ ਦੇ ਭੰਗੜੇ ਪਾਓ। ਤੇ ਸਰਦਾਰ ਜੀ ਜੱਜ ਵੀ ਰੋਣ ਤੇ ਫਾਂਸੀ ਦੇਣ ਵਾਲੇ ਵੀ ਰੋਣ। ਸਹੀ ਹੈ, ਇਹ ਕੋਈ ਨਿੱਕੀ ਜਿਹੀ ਗੱਲ ਹੈ? ਬਿਲਕੁਲ ਜਜ਼ਬਾ ਬਹੁਤ ਵੱਡਾ। ਇਹ ਸ਼ਹੀਦਾਂ ਨੂੰ ਜਿੰਦਾ ਰੱਖਣ ਵਾਲੇ ਇਹੋ ਲੋਕ ਨੇ। ਪਰਮਾਤਮਾ ਕਿਰਪਾ ਕਰੇ ਅਸੀਂ ਉਹਨਾਂ ਨੂੰ ਯਾਦ ਕਰਦੇ ਰਹੀਏ ਜੀ ਤੇ ਸਾਡੇ ਮਨ 'ਚ, ਦਿਲਾਂ 'ਚ, ਦਿਮਾਗ ਸਾਡੇ ਵਸੇ ਰਹਿਣ। ਸਾਡੇ ਨੌਜਵਾਨਾਂ ਨੂੰ ਵੀ ਨਸ਼ੇ ਛੱਡ ਕੇ ਇਹਨਾਂ ਦੀਆਂ ਕੁਰਬਾਨੀਆਂ ਨੂੰ ਵੇਖਣਾ ਚਾਹੀਦਾ ਜੀ। ਹਾਂਜੀ, ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਕਾਰੋਬਾਰ ਵੀ ਕਰਨ, ਥੋੜ੍ਹਾ ਬਹੁਤਾ ਟਾਈਮ ਕੱਢ ਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਵੀ ਪੜ੍ਹਿਆ ਕਰਨ, ਵੇਖਿਆ ਕਰਨ, ਗਾਂ ਜੋ ਕਿ ਫਿਰ ਇਹ ਪਨੀਰੀ ਕੌਮ ਵਾਸਤੇ ਤਿਆਰ ਹੋਵੇ। ਜੀ ਸ਼ੁਕਰੀਆ ਜੀ ਸਮਾਂ ਦੇਣ ਦੇ ਲਈ। ਅਸੀਂ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਦੇ ਨਾਲ ਜਿਹੜੀ ਆ ਉਹ ਗੱਲਬਾਤ ਕਰਾਂਗੇ। 36ਵੀਂ ਵਰ੍ਹੇਗੰਢ ਘੱਲੂਘਾਰਾ ਜੂਨ 1984 ਜਿਹਨੂੰ ਭਾਰਤੀ ਸ਼ਬਦਾਂ ਦੇ ਵਿੱਚ ਬਲੂ ਸਟਾਰ, ਸਾਕਾ ਨੀਲਾ ਤਾਰਾ ਕਿਹਾ ਜਾਂਦਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦਿਨ ਵੀ ਚੱਲ ਰਹੇ ਆ ਤੇ ਨਾਲ ਹੀ ਘੱਲੂਘਾਰਾ ਜੂਨ 1984 ਦੇ ਸ਼ਹੀਦੀ ਦਿਨ ਚੱਲ ਰਹੇ ਆ। 1978 ਤੋਂ ਲੈ ਕੇ ਇੱਕ ਦੇਹਧਾਰੀ ਗੁਰੂ ਡੰਮ ਵੱਲੋਂ ਜਿਹੜੀ ਛੇੜੀ ਗਈ ਸ਼ਰਾਰਤ ਹੈ, ਜਿਹੜੀ ਕਿ ਉਸ ਦਾ ਖਮਿਆਜ਼ਾ ਜਿਹੜਾ ਲੰਮਾ ਸਮਾਂ ਭੁਗਤਣਾ ਪੈ ਰਿਹਾ, ਔਰ ਉਹ ਸ਼੍ਰੀ ਸਾਹਿਬ ਦੇ ਵੀ ਸਾਨੂੰ ਜ਼ਰੂਰ ਤੁਸੀਂ ਜਾਂਦੇ ਜਾਂਦੇ ਜਿਹੜੇ ਉਹ ਦਰਸ਼ਨ ਇਹ ਭਾਈ ਸਾਹਿਬ ਨੂੰ ਨਾ ਕਰਾਓਗੇ। ਸ਼ੇਖ ਮੁਜੀਬੁਰ ਰਹਿਮਾਨ ਜਿਹੜਾ ਸੀ ਉੱਥੇ ਦਾ ਪ੍ਰੈਜ਼ੀਡੈਂਟ ਜਿਹੜਾ ਬਣਾਇਆ ਜੀ ਜੀ ਬੰਗਲਾਦੇਸ਼ ਦਾ, ਇਹ ਉਹਨਾਂ ਨੇ ਉਹਨਾਂ ਨੂੰ ਆਨਰ ਕੀਤੀ, ਇਹ ਉਹਨਾਂ ਦਿੱਤੀ ਜਿਹੜੀ ਮੇਰੇ ਕੋਲ ਕੋਈ ਨਿਸ਼ਾਨੀ ਇਹ ਰਹਿ ਗਈ ਆ। ਬਾਕੀ ਤੇ ਹੋਰ ਮੈਡਲ ਮੂਡਲ ਆ, ਉਹਨਾਂ ਦੀਆਂ ਫੋਟੋਆਂ ਹੈਗੀਆਂ। ਬਾਕੀ ਇਹ ਬਹੁਤ ਪੁਰਾਣੀ ਉਹਨਾਂ ਦੀ ਆ, ਉਹਨਾਂ ਨੇ ਮੈਨੂੰ ਦਿੱਤੀ। ਸ਼ੁਕਰੀਆ, ਜੁੜੇ ਰਹੋ KTV ਗਲੋਬਲ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।